ਗੁਰੂ ਨਾਨਕ ਪਾਦ ਪੰਕਜ ਬੰਧਨ ਪਾਦ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਹਿਰਦੈ ਧਿਆਵੋ ਜੀ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਨਾਮ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਗੁਰੂ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਕੋਇਲ ਕੋ ਉਹ ਗੜਾ ਕਹਾਵੈ ਹਿੰਦੂ ਰਾਮ ਗੜ ਉਸੇ ਸੁਨਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਜਿੱਥੇ ਗੁਰੂ ਕੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ ਹੈ, ਉੱਥੇ ਸ਼ਾਮ ਦੇ ਦੀਵਾਨਾਂ ਵਿੱਚ ਖਾਲਸੇ ਪੰਥ ਦੇ ਇਤਿਹਾਸ ਦੀ ਕਥਾ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਭਾਈ ਰਤਨ ਸਿੰਘ ਜੀ ਭੰਗੂ ਦਾ ਲਿਖਿਆ ਹੋਇਆ ਇਸ ਗ੍ਰੰਥ ਦੀ ਕਥਾ ਸੁਣ ਰਹੇ ਹੋ। ਅਹਿਮਦ ਸ਼ਾਹ ਅਬਦਾਲੀ ਪੰਜਾਬ ਤੇ ਹਮਲੇ ਕਰਨ ਲੱਗ ਪਿਆ। ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਤੀਜਾ, ਤੀਜੇ ਤੋਂ ਚੌਥਾ ਹਮਲੇ ਕਰੀ ਗਿਆ। ਉਹਦੇ ਰਸਤੇ 'ਚ ਖਾਲਸਾ ਅੜਨ ਲੱਗ ਪਿਆ। ਉਹਨਾਂ ਲੜਾਈਆਂ ਦੇ ਵਿੱਚ ਅਬਦਾਲੀ ਦਾ ਸਿੱਖਾਂ ਨਾਲ ਵੀ ਟਾਕਰਾ ਹੋਇਆ ਕਈ ਵਾਰੀ, ਔਰ ਉਸਨੇ ਜਾ ਕੇ ਮਥੁਰਾ ਦਾ ਇਲਾਕਾ ਫਤਿਹ ਕਰ ਲਿਆ। ਮਥੁਰਾ ਦੇ ਲਾਗੇ ਭਰਤਪੁਰ ਹੈ, ਜਿੱਥੋਂ ਦਾ ਜੱਟ ਜਵਾਹਰ ਮੱਲ ਬੜਾ ਤਗੜਾ ਰਾਜਾ ਸੀ। ਉਸਨੇ ਉਹਦਾ ਮੁਕਾਬਲਾ ਕੀਤਾ ਔਰ ਨਾਲ ਮਰੱਟੇ ਵੀ ਰਲ ਗਏ, ਜਿਹਦੇ ਕਰਕੇ ਅਬਦਾਲੀਆਂ ਦੇ ਉੱਥੋਂ ਪੈਰ ਉਖੜੇ ਤੇ ਉਹਨਾਂ ਨੇ ਆ ਕੇ ਅਲੀਗੜ੍ਹ, ਜਿਸ ਦਾ ਪਹਿਲਾ ਨਾਮ ਕੋਇਲ ਹੈ, ਮੁਸਲਮਾਨਾਂ ਨੇ ਉਹਦਾ ਨਾਮ ਰੱਖ ਦਿੱਤਾ ਅਲੀਗੜ੍ਹ। ਅੱਜ ਕੱਲ੍ਹ ਮੁਸਲਮਾਨਾਂ ਦੀ ਉੱਥੇ ਯੂਨੀਵਰਸਿਟੀ ਹੈ। ਕੋਇਲ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ ਔਰ ਉੱਥੇ ਜੱਟਾਂ ਨੇ
ਉਹਦਾ ਬਹੁਤ ਡਟ ਕੇ ਮੁਕਾਬਲਾ ਵੀ ਕੀਤਾ। ਅਬਦਾਲੀ ਦੇ ਨਾਲ ਇਸ ਲੜਾਈ ਦਾ ਜ਼ਿਕਰ ਕਰਨਾ ਜ਼ਰੂਰੀ ਸੀ ਸਿੱਖਾਂ ਵਾਸਤੇ, ਕਿਉਂਕਿ ਛੋਟੇ ਵੱਡੇ ਘੱਲੂਘਾਰੇ ਤੋਂ ਪਹਿਲਾਂ ਦੀ ਇਹ ਦਾਸਤਾਨ ਹੈ ਜਿੱਥੋਂ ਅਬਦਾਲੀ ਦਾ ਹੌਸਲਾ ਵਧਿਆ ਹੋਇਆ ਸੀ ਸਿੱਖਾਂ ਨਾਲ ਲੜਨ ਲਈ। ਉਹਨੇ ਤਿਆਰੀਆਂ ਕੀਤੀਆਂ। ਉਹ ਇਹ ਭਾਈ ਸਾਹਿਬ ਰਤਨ ਸਿੰਘ ਜੀ ਲਿਖ ਰਹੇ ਨੇ। ਆਓ ਇਹ ਦਾਸਤਾਨ ਸੁਣੀਏ। ਮਥੁਰਾ, ਭਰਤਪੁਰ, ਆਗਰੇ ਦਾ ਇਲਾਕਾ ਤੇ ਅਲੀਗੜ੍ਹ ਦਾ ਇਲਾਕਾ, ਉਹਨਾਂ ਦਿਨਾਂ ਵਿੱਚ ਉਸ ਇਲਾਕੇ ਵਿੱਚ ਕਿਸ ਤਰ੍ਹਾਂ ਜੰਗ ਯੁੱਧ ਹੋਏ ਹਨ। ਸੁਣੀਏ ਪਿਆਰ ਨਾਲ, ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੋਇਲ ਕੋ ਉਹ ਗੜਾ ਕਹਾਵੈ। ਉਹਨਾਂ ਨੂੰ ਕੋਇਲ ਦਾ ਗੜਾ, ਕੋਇਲ ਦਾ ਗੜ ਕਿਲਾ ਕਹਿੰਦੇ ਹਨ। ਹਿੰਦੂ ਰਾਮਗੜ੍ਹ ਉਸੇ ਸੁਨਾਵੈ। ਹਿੰਦੂਆਂ ਨੇ ਉਹਦਾ ਨਾਮ ਰਾਮਗੜ੍ਹ ਰੱਖਿਆ ਹੋਇਆ। ਹਿੰਦੂ ਉਸ ਜਗ੍ਹਾ ਨੂੰ, ਯਾਨੀ ਜਿਸ ਨੂੰ ਆਮ ਲੋਕਾਂ ਵਿੱਚ ਸਧਾਰਨ ਤੌਰ ਤੇ ਪਹਿਲਾ ਨਾਮ ਕੋਇਲਗੜ੍ਹ ਹੈ, ਹਿੰਦੂਆਂ ਨੇ ਉਸ ਦਾ ਨਾਮ ਰਾਮਗੜ੍ਹ ਰੱਖਿਆ ਸੀ। ਮੁਸਲੇ ਨਾਮ ਅਲੀਗੜ੍ਹ ਕਹਿ ਹੈ। ਮੁਸਲਮਾਨ ਉਹਨੂੰ ਅਲੀਗੜ੍ਹ ਕਹਿੰਦੇ ਹਨ। ਅਲੀਗੜ੍ਹ, ਰਾਮਗੜ੍ਹ, ਕੋਇਲ, ਇਹ ਤਿੰਨ ਜਾਂ ਹੋਰ ਵੀ ਇਹਦੇ ਨਾਮ ਹਨ। ਬਰਸ 12 ਕੋ ਖਰਚ ਤੇ ਮਾਹੀ। ਕਹਿੰਦੇ ਉਹਦੇ ਵਿੱਚ ਉਹ ਏਡਾ ਵੱਡਾ ਕਿਲਾ ਸੀ ਉਸ ਵੇਲੇ ਕਿ 12 ਸਾਲ ਦਾ ਖਰਚ ਜਮ੍ਹਾਂ ਕਰਕੇ ਰੱਖਿਆ ਜਾ ਸਕਦਾ ਸੀ। 12 ਸਾਲ ਫੌਜ ਦੇ ਅੰਦਰ ਆਕੀ ਰਹਿ ਕੇ ਲੜ ਸਕਦੀ। ਇੱਦਾਂ ਦਾ ਬੰਦੋਬਸਤ, ਯਾਨੀ ਉਹਦੇ ਅੰਦਰ ਸਿਸਟਮ ਇੱਦਾਂ ਦਾ ਸੀ। ਰਾਸ਼ਨ ਪਾਣੀ ਜਮ੍ਹਾਂ ਹੋ ਸਕਦਾ ਸੀ, ਪਾਣੀ ਦਾ ਬੰਦੋਬਸਤ ਵੀ ਸੀ ਤੇ ਖਾਣ ਪੀਣ ਦਾ ਵੀ ਬੰਦੋਬਸਤ, ਤੇ ਅਸਲਾ ਹਥਿਆਰ ਜਿਹੜੇ ਨੇ ਉਹ ਵੀ ਉਹਦੇ 'ਚ ਜਮ੍ਹਾਂ ਕੀਤੇ ਜਾ ਸਕਦੇ। ਇੰਨੇ ਕਿ ਜੇ ਕੋਈ ਬਾਗੀ 12 ਸਾਲ ਉਹਦੇ 'ਚ ਆਕੀ ਹੋ ਕੇ ਰਹਿਣਾ ਚਾਹੇ ਤਾਂ ਰਹਿ ਸਕਦਾ ਹੈ। ਹਾਂਜੀ। ਬਹੁ ਗੁਮਰਾਹੀ ਜਟਨ ਮੰਨ ਰਹਿ। ਇਸ ਗੱਲ ਦਾ ਉਹਨਾਂ ਜੱਟਾਂ ਨੂੰ, ਜਿਹੜੇ ਜਾਟ ਭਰਤਪੁਰ ਦੇ ਇਲਾਕੇ ਦੇ ਜਾਂ ਅਲੀਗੜ੍ਹ ਦੇ ਇਲਾਕੇ ਦੇ, ਕੋਇਲ ਦੇ ਇਲਾਕੇ ਦੇ ਸਨ, ਉਹਨਾਂ ਨੂੰ ਇਸ ਗੱਲ ਦਾ ਬੜਾ ਭਾਰੀ ਗੁਮਾਨ ਰਹਿੰਦਾ ਸੀ। ਜਾਤ ਬਣਜਾਰੋ ਭੋਜਨ ਕਹਿ। ਉਹ ਆਪਣੇ ਵਣਜਾਰਿਆਂ ਨੂੰ ਵੀ ਫੌਜ ਕਹਿੰਦੇ ਸਨ, ਆਪਣੇ ਆਮ ਲੋਕਾਂ ਨੂੰ ਵੀ, ਬਾਣੀਏ ਲੋਕਾਂ ਨੂੰ ਵੀ, ਵਪਾਰ ਕਰਨ ਵਾਲਿਆਂ ਨੂੰ ਵੀ ਫੌਜ ਸਮਝਦੇ ਸਨ। ਕਾਰਨ ਵੀ ਕਿਲਾ ਤਗੜਾ ਸੀ ਤੇ ਕਿਲੇ ਦੇ ਵਿੱਚ ਦੁਸ਼ਮਣ ਵੜ ਨਹੀਂ ਸਕਦਾ, ਥੋੜ੍ਹੇ ਬੰਦੇ ਹੀ ਬਹੁਤਾ ਕੰਮ ਕਰ ਸਕਦੇ ਆ। ਇੱਦਾਂ ਦਾ ਨਿਸ਼ਚਾ ਉਹਨਾਂ ਜੱਟਾਂ ਨੂੰ ਸੀ। ਮਦ ਧੋਸ ਉਨ ਦਈ ਬਜਾਈ। ਉਹਨਾਂ ਨੇ ਉਸ ਕਿਲੇ 'ਚ ਆਕੀ ਹੋ ਕੇ, ਯਾਨੀ ਜਿਹੜਾ ਅਲੀਗੜ੍ਹ ਦਾ ਕਿਲਾ ਸੀ ਉਹਦੇ ਵਿੱਚ ਆਕੀ ਹੋ ਕੇ ਨਗਾਰਾ ਵਜਾ ਦਿੱਤਾ, ਨੌਬਤ ਵਜਾ ਦਿੱਤੀ, ਧੌਂਸਾ ਵਜਾ ਦਿੱਤਾ। ਅਹਿਮਦ ਸ਼ਾਹ ਸੋ ਸੁਨ ਪਾਈ। ਅਹਿਮਦ ਸ਼ਾਹ ਅਬਦਾਲੀ ਦੇ ਕੰਨਾਂ ਵਿੱਚ ਅਲੀਗੜ੍ਹ ਦੇ ਨਗਾਰੇ ਦੀ ਆਵਾਜ਼ ਜਦੋਂ ਪਈ, ਰਹਿਓ ਰੁਹੇਲੇ ਉਸੇ ਟਲਾਈ, ਤਾਂ ਅਬਦਾਲੀ ਲੜਾਈ ਨੂੰ ਤਿਆਰ ਹੋ ਗਿਆ। ਪਰ ਨਜੀਬ ਖਾਂ ਰੁਹੇਲਾ, ਜਿਹੜਾ ਹਿੰਦੁਸਤਾਨ ਦਾ ਵਜ਼ੀਰ ਸੀ ਪਠਾਨ, ਰੁਹੇਲਾ ਉਸਨੂੰ, ਅਬਦਾਲੀ ਨੂੰ ਟਾਲਣ ਲੱਗ ਪਿਆ। ਅਬਦਾਲੀ ਨੂੰ ਰੁਹੇਲਾ ਨਜੀਬ ਖਾਂ ਕਹਿੰਦਾ ਹੈ ਕਿ ਸ਼ਹਿਨਸ਼ਾਹ ਬਾਦਸ਼ਾਹ ਸਲਾਮਤ, ਆਪਾਂ ਇਸ ਕਿਲੇ ਤੇ ਹਮਲਾ ਨਾ ਕਰੀਏ। ਮਤ ਇਹਾਂ ਰਹਿ ਸੋ ਸਾਉ ਫਸਾਈ। ਨਜੀਬ ਖਾਂ ਰੁਹੇਲੇ ਨੂੰ ਇਹ ਸੀਗਾ ਕਿ ਇਹ ਕਿਲਾ 12 ਸਾਲ ਨਹੀਂ ਟੁੱਟਣਾ। 12 ਸਾਲ ਇੱਥੇ ਘੇਰਾ ਪਾ ਕੇ ਬੈਠਾ ਰਹੇ ਅਬਦਾਲੀ ਤਾਂ ਵੀ ਕਾਮਯਾਬ ਨਹੀਂ ਹੋ ਸਕਦਾ, ਤੇ ਜੇ ਇਹ ਅੜ ਕੇ ਇੱਥੇ ਬਹਿ ਗਿਆ ਤੇ ਹੋਰ ਕੰਮ ਸਾਡੇ ਰੁਕ ਜਾਣਗੇ। ਅਸਲ 'ਚ ਨਜੀਬ ਖਾਂ ਰੁਹੇਲੇ ਨੂੰ ਸੀਗਾ ਕਿ ਮੈਨੂੰ ਦਿੱਲੀ ਦੀ ਬਾਦਸ਼ਾਹੀ ਮਿਲ ਜਾਵੇ ਜਾਂ ਘੱਟੋ ਘੱਟ ਵਜ਼ੀਰ ਮੈਂ ਹੀ ਰਹਿ ਜਾਵਾਂ, ਤੇ ਉਹ ਇੱਥੋਂ ਫਾਲਤੂ ਦੀ ਲੜਾਈ ਸਮਝਦਾ ਸੀ ਅਲੀਗੜ੍ਹ ਦੀ ਲੜਾਈ ਨੂੰ। ਉਹਨੇ ਅਬਦਾਲੀ ਨੂੰ ਉਹ ਲੜਾਈ ਟਾਲਣ ਵਾਸਤੇ ਆਖਿਆ। ਕਿਲਾ ਟੁੱਟੈ ਨਹਿ 12 ਬਰਸ ਤਾਈਂ, ਕਿਉਂਕਿ ਉਹ ਸਮਝਦਾ ਸੀ ਕਿ 12 ਸਾਲ ਤੱਕ ਵੀ ਇਹ ਕਿਲਾ ਅਬਦਾਲੀ ਫਤਿਹ ਨਹੀਂ ਕਰ ਸਕੇਗਾ। ਔਰ ਕੰਮ ਹਮ ਪਿੱਛੇ ਸਪਾਈ, ਸਾਡੇ ਬਾਕੀ ਸਾਰੇ ਕੰਮ ਪਿੱਛੇ ਪੈ ਜਾਣਗੇ। ਜੇ ਸਾਰੀ એનર્ਜੀ ਇੱਕ ਜਗ੍ਹਾ ਤੇ ਵੇਸਟ ਕਰ ਦਿੱਤੀ ਜਾਵੇਗੀ, ਬਾਕੀ ਕੰਮ ਕੌਣ ਕਰੇਗਾ?
ਨਾਲੇ ਫੌਜਾਂ ਮਰਨਗੀਆਂ, ਨਾਲੇ ਅਸਲਾ ਲੱਗੇਗਾ, ਨਾਲੇ ਫੌਜ ਦੇ ਉੱਤੇ ਖਰਚਾ ਹੋਵੇਗਾ, ਲੜਾਈ ਲੰਮੀ ਹੋ ਜਾਏਗੀ, ਮਿਲਣਾ ਕੁਝ ਵੀ ਨਹੀਂ। ਇਸ ਲੜਾਈ 'ਚ ਸਾਨੂੰ ਫਾਇਦਾ ਨਹੀਂ ਹੋਣਾ ਕੁਝ। ਨਜੀਬ ਖਾਂ ਰੋਹੇਲਾ ਜਾਣਦਾ ਸੀ। ਔਰ ਕੰਮ ਜੈ ਹਮਰੇ ਡੂਬ। ਨਜੀਬ ਖਾਂ ਸੋਚਦਾ ਹੈ ਜੇ ਅਸੀਂ ਇਸ ਅਲੀਗੜ੍ਹ ਦੀ ਲੜਾਈ ਵਿੱਚ ਜੱਟਾਂ ਦੇ ਨਾਲ ਲੜਦੇ ਰਹੇ, ਸਾਡੇ ਬਾਕੀ ਜਿਹੜੇ ਕੰਮ ਨੇ ਡੁੱਬ ਜਾਣਗੇ। ਕਿਲ੍ਹਾ ਪਿਲਚਨ ਨਹੀਂ ਸ਼ਾਹੇ ਖੂਬ। ਇਸ ਕਿਲੇ ਦੇ ਨਾਲ ਮੱਥਾ ਮਾਰੀ ਕਰਨੀ ਬਾਦਸ਼ਾਹ ਲਈ ਚੰਗੀ ਗੱਲ ਨਹੀਂ ਹੈ। ਨਜੀਬਾ ਕਹੈ ਇਹ ਫਕੀਰ ਬਜਾਇਆ। ਨਜੀਬ ਖਾਨ ਨੇ ਰੋਹੇਲੇ ਨੇ ਬਾਦਸ਼ਾਹ ਨੂੰ ਠੰਡਾ ਕਰਨ ਵਾਸਤੇ ਕਹਿ ਦਿੱਤਾ, ਬਾਦਸ਼ਾਹ ਸਲਾਮਤ, ਆ ਜਿਹੜਾ ਕਿਲਾ ਤੁਸੀਂ ਨਗਾਰਾ ਵੇਖ ਸੁਣ ਰਹੇ ਹੋ, ਇਹ ਕੋਈ ਬਗਾਵਤ ਦਾ ਨਗਾਰਾ ਨਾ ਸਮਝੋ। ਇਹਦੇ 'ਚ ਫਕੀਰ ਰਹਿੰਦੇ ਨੇ, ਉਹਨਾਂ ਫਕੀਰਾਂ ਨੇ ਵਜਾਇਆ ਹੋਣਾ, ਤੇ ਤੁਸੀਂ ਇੱਥੇ ਆਪਣਾ ਟਾਈਮ ਖਰਾਬ ਨਾ ਕਰੋ। ਇੱਕ ਦਿਨ ਇਮ ਕਰ ਸ਼ਾਹੂ ਟਲਾਇਆ। ਇੱਕ ਦਿਨ ਤਾਂ ਅਬਦਾਲੀ ਨੂੰ ਨਜੀਬ ਖਾਂ ਰੋਹੇਲੇ ਨੇ ਠੰਡਾ ਕਰ ਲਿਆ, ਟਲਾ ਲਿਆ ਲੜਾਈ ਤੋਂ। ਮੌਤ ਜਟਣ ਕੀ ਨੇੜੇ ਆਈ। ਪਰ ਉਹਨਾਂ ਜੱਟਾਂ ਦੀ ਮੌਤ ਆਈ ਹੋਈ ਸੀ ਜਿਹੜੇ ਕਿਲੇ ਦੇ ਵਿੱਚ ਸਨ। ਜਦੋਂ ਮੌਤ ਆਈ ਹੋਵੇ ਉਦੋਂ ਟਲਦੀ ਨਹੀਂ। ਹਾਂਜੀ, ਜੱਟ ਨਾ ਟਲੈ ਸੋ ਜਾਹੇ ਬਜਾਈ। ਉਹ ਟਲੇ ਨਹੀਂ, ਅੰਦਰੋਂ ਨਗਾਰੇ ਵਜਾਉਂਦੇ ਰਹੇ। ਉਹ ਬਾਗੀ ਹੋ ਕੇ, ਆਕੀ ਹੋ ਕੇ ਅਬਦਾਲੀ ਨੂੰ ਲਲਕਾਰਦੇ ਰਹੇ। ਹਾਂਜੀ, ਮਨ ਫਿਰ ਸੁਣਿਓ ਸਾਏ ਮਨ ਕਰਿਓ ਕਰੋਧ। ਜਦੋਂ ਦੁਬਾਰਾ ਨਗਾਰੇ ਦੀ ਆਵਾਜ਼ ਸੁਣੀ ਅਬਦਾਲੀ ਗੁੱਸੇ 'ਚ ਆ ਗਿਆ। ਅੱਗੇ ਨਾ ਜਾਵੇ ਇਨ ਬਿਦ ਸੋਧ। ਉਹ ਕਹਿਣ ਲੱਗਾ, ਮੈਂ ਪਹਿਲਾਂ ਅਲੀਗੜ੍ਹ ਦਾ ਕਿਲਾ ਫਤਿਹ ਕਰਾਂਗਾ, ਅੱਗੇ ਤਾਂ ਜਾਵਾਂਗਾ। ਜੇ ਇਹਨਾਂ ਨੂੰ ਫਤਿਹ ਨਾ ਕਰ ਸਕਿਆ ਤੇ ਅੱਗੇ ਨਹੀਂ ਜਾਵਾਂਗਾ ਮੈਂ। ਜਵਾਬ ਕਹੈ ਉਹ ਕਰਤ ਬਦਾਈ। ਅੱਗੋਂ ਨਜੀਬ ਖਾਂ ਰੋਹੇਲੇ ਨੇ ਆਖਿਆ ਤਾਂ ਬੜੀ ਦਿੱਕਤ ਆ ਗਈ। ਉਹਨੇ ਫਿਰ ਗੱਲ ਪਲਟਾ ਕੇ ਕਿਹਾ, ਬਾਦਸ਼ਾਹ ਸਲਾਮਤ, ਇਹ ਤਾਂ ਵਧਾਈਆਂ ਵੰਡ ਰਹੇ ਨੇ, ਖੁਸ਼ੀ 'ਚ ਨਗਾਰੇ ਵਜਾ ਰਹੇ ਨੇ, ਤੁਹਾਡੇ ਨਾਲ ਲੜਨ ਲਈ ਨਹੀਂ ਵਜਾ ਰਹੇ। ਤੁਮਰੋ ਹੁਕਮ ਪਇਓ ਇਹਾਂ ਆਈ। ਤੁਹਾਡਾ ਹੁਕਮ ਇਸ ਇਲਾਕੇ 'ਚ ਹੋ ਗਿਆ, ਤੁਹਾਡਾ ਡੰਕਾ ਵੱਜ ਗਿਆ, ਇਸ ਕਰਕੇ ਇਸ ਕਿਲੇ ਦੇ ਅੰਦਰਲੇ ਲੋਕ ਨਗਾਰੇ ਵਜਾ ਰਹੇ ਨੇ ਖੁਸ਼ੀ ਵਿੱਚ। ਤੁਸੀਂ ਇਹਨਾਂ ਦੇ ਉੱਤੇ ਗੁੱਸਾ ਨਾ ਖਾਓ। ਸ਼ਾਹੂ ਕਹੈ ਮੈਂ ਮੰਨੋ ਨਾ ਬਾਤ। ਨਜੀਬ ਖਾਂ ਰੋਹੇਲੇ ਦੀ ਦੂਜੀ ਗੱਲ ਵੀ ਅਬਦਾਲੀ ਨੇ ਟਾਲ ਦਿੱਤੀ। ਕਹਿਣ ਲੱਗਾ, ਨਜੀਬ ਖਾਂ, ਮੈਂ ਤੇਰੀ ਗੱਲ ਨਹੀਂ ਮੰਨਦਾ। ਬਿਨ ਮਾਰੇ ਮੈਂ ਅੱਗੇ ਨਾ ਜਾਤ। ਮੈਂ ਅਲੀਗੜ੍ਹ ਦਾ ਕਿਲਾ ਫਤਿਹ ਕਰਾਂਗਾ ਤਾਂ ਹੀ ਅੱਗੇ ਜਾਵਾਂਗਾ। ਹਮਕੋ ਤੋ ਇਹ ਮਜ਼ਾਕਨ ਕਰੈ। ਇਹ ਜੱਟ ਜਿਹੜੇ ਭਰਤਪੁਰ ਦੇ ਤੇ ਮਥੁਰਾ ਦੇ ਇਲਾਕੇ ਦੇ ਜੱਟ ਹਨ, ਮੈਨੂੰ ਮਜ਼ਾਕਾਂ ਕਰਦੇ ਨੇ। ਮੈਂ ਐਡਾ ਵੱਡਾ ਜੰਗੀ ਜਰਨੈਲ, ਅਫਗਾਨਿਸਤਾਨ ਦਾ ਬਾਦਸ਼ਾਹ, ਸ਼ਾਹ ਅਫਗਾਨ, ਤੇ ਮੈਂ ਦੁਨੀਆ ਦਾ ਜੇਤੂ ਹਾਂ। ਇਹ ਪਿੰਡਾਂ 'ਚ ਰਹਿਣ ਵਾਲੇ, ਘਾਹ ਖੁਰਚਣ ਵਾਲੇ, ਖੇਤੀ ਕਰਨ ਵਾਲੇ ਜ਼ਿਮੀਂਦਾਰ ਲੋਕ ਬਰਾਜੇ ਬਣ ਕੇ ਬਹਿ ਗਏ। ਜਵਾਰ ਮੱਲ ਅਤੇ ਉਹਦੇ ਲੋਕ, ਮੈਂ ਇਹਨਾਂ ਜਵਾਰ ਮੱਲ ਦੇ ਜੱਟਾਂ ਨੂੰ ਨਹੀਂ ਛੱਡਾਂਗਾ, ਇਹ ਮੈਨੂੰ ਮਜ਼ਾਕ ਕਰਦੇ ਨੇ। ਹਮ ਦੇਵੈ ਉਸ ਬਦਲਾ ਸਰੈ। ਮੈਂ ਬਦਲਾ ਲਵਾਂਗਾ ਇਸ ਬੇਇੱਜ਼ਤੀ ਦਾ ਜਿਹੜੀ ਇਹ ਮੇਰੀ ਕਰ ਰਹੇ ਨੇ। ਤਬੇ ਰੋਹੇਲੇ ਖੋਲ ਸੁਨਾਈ। ਜਦੋਂ ਨਜੀਬ ਖਾਂ ਰੋਹੇਲੇ ਨੇ ਸੁਣਿਆ ਅਬਦਾਲੀ ਤੋਂ ਵੀ ਇਹ ਟਲਦਾ ਹੀ ਨਹੀਂ, ਕਹਿੰਦਾ ਕਿਲਾ ਫਤਿਹ ਕਰਨਾ ਹੀ ਕਰਨਾ, ਤਾਂ ਨਜੀਬ ਖਾਂ ਰੋਹੇਲੇ ਨੇ ਤੀਜਾ ਪੱਤਾ ਸੁੱਟਿਆ। ਉਹਨੇ ਅਬਦਾਲੀ ਨੂੰ ਸਪਸ਼ਟ ਹੀ ਦੱਸ ਦਿੱਤਾ ਸਾਫ਼ ਸ਼ਬਦਾਂ 'ਚ। ਪਹਿਲਾਂ ਤਾਂ ਉਹ ਟਾਲੇ ਕਰਦਾ ਸੀ, ਪਹਿਲਾਂ ਤਾਂ ਅਬਦਾਲੀ ਨੂੰ ਕਹਿੰਦਾ ਸੀ ਜੀ ਫਕੀਰਾਂ ਨੇ ਨਗਾਰਾ ਵਜਾਇਆ ਹੋਣਾ, ਐਵੇਂ ਹੀ ਫਕੀਰ ਮੌਜ ਵਿੱਚ ਵਜਾਈ ਜਾਂਦੇ। ਦੂਜੀ ਵਾਰੀ ਕਹਿਣ ਲੱਗਾ, ਜੀ ਇਹ ਤਾਂ ਤੁਹਾਡੇ ਆਉਣ ਦੀ ਵਧਾਈ ਵੰਡਦੇ ਪਏ ਆ, ਖੁਸ਼ੀ 'ਚ ਨਗਾਰਾ ਵਜਾ ਰਹੇ। ਹੁਣ ਜਦੋਂ ਤੀਜੀ ਵਾਰੀ ਵੱਜ ਗਿਆ ਤਾਂ ਅਬਦਾਲੀ ਕਹਿੰਦਾ ਮੈਂ ਤਾਂ ਕਿਲਾ ਫਤਿਹ ਕਰਨਾ ਹੀ ਕਰਨਾ। ਤਾਂ ਫਿਰ ਉਹ ਨਜੀਬ ਖਾਂ ਰੋਹੇਲਾ ਉਹਨੂੰ ਸਮਝਾ ਰਿਹਾ ਹੈ, ਹਮ ਤੇ ਇਹੋ ਗੜ ਮਾਰਿਓ ਨਾ ਜਾਈ। ਨਜੀਬ ਖਾਂ ਰੋਹੇਲਾ ਕਹਿੰਦਾ, ਬਾਦਸ਼ਾਹ ਸਲਾਮਤ, ਅਹਿਮਦ ਸ਼ਾਹ ਅਬਦਾਲੀ, ਦੇਖੋ ਇਹ ਕਿਲਾ ਸਾਡੇ ਕੋਲੋਂ ਨਹੀਂ ਫਤਿਹ ਹੋਣਾ। ਮੈਂ ਸਾਫ਼ ਤੁਹਾਨੂੰ ਦੱਸ ਰਿਹਾ, ਮੈਂ ਤਾਂ ਤੁਹਾਨੂੰ ਇੱਥੋਂ ਪਰੇ ਕਰਨਾ ਚਾਹੁੰਦਾ ਵੀ ਤੁਸੀਂ ਆਪਣੀ ਤਾਕਤ ਬੇਅਰਥ ਨਾ ਗਵਾ ਲਿਆ ਜੇ। ਦੋਹਰਾ ਬਹੁਤ ਖਰਚਿਆ ਮਹ ਹੈ ਸਿਪਾਹੀ ਸੋ ਕਈ ਹਜ਼ਾਰ। ਇਸ ਕਿਲੇ ਦੇ ਵਿੱਚ 12 ਸਾਲ ਤੱਕ
ਕਣਕ ਨਹੀਂ ਮੁੱਕਣੀ, ਇੱਥੇ ਖਰਚਾ ਬਹੁਤ ਹੈ। ਇਸ ਤਰ੍ਹਾਂ ਦਾ ਸਿਸਟਮ ਉਹਨਾਂ ਨੇ ਕੀਤਾ ਹੋਇਆ ਸੀ ਵੀ ਕਣਕ, ਰਾਸ਼ਨ ਪਾਣੀ ਬਾਹਰੋਂ ਗੁਪਤ ਰੂਪ 'ਚ ਵੀ ਅੰਦਰ ਪਹੁੰਚਦਾ ਸੀ। ਸੁਰੰਗਾਂ ਬਣਾਈਆਂ ਹੁੰਦੀਆਂ ਨਾ, ਬਈ ਜਿਹੜਾ ਕਿਸੇ ਨੂੰ ਪਤਾ ਨਾ ਹੋਵੇ ਤੇ ਉਹਨਾਂ ਨੂੰ ਵੀ ਪਤਾ ਹੋਵੇ ਜਿਹੜੇ ਕਿਲੇ ਦੇ ਅੰਦਰ ਹਾਂ। ਇਹ ਲੋਕ ਜਿਹੜੇ ਹਨ ਇਹ ਇਸ ਕਿਲੇ 'ਚ ਆਕੀ ਹੋਏ ਨੇ, ਕਈ ਹਜ਼ਾਰ ਫੌਜੀ ਕਾਫੀ ਲੰਮਾ ਸਮਾਂ ਇਹ ਕਿਲੇ 'ਚ ਰਹਿ ਸਕਦੇ ਆ। ਇਹਨਾਂ ਕੋਲ ਆਟਾ ਦਾਲ ਖਰਚਾ ਮੁੱਕਣਾ ਨਹੀਂ, ਇਹ ਆਕੀ ਹੋ ਕੇ ਬੈਠੇ ਰਹਿਣਗੇ। ਤੁਹਾਡੇ ਕੋਲੋਂ ਕਿਲਾ ਟੁੱਟਣਾ ਕੋਈ ਨਹੀਂ ਬਾਦਸ਼ਾਹ ਸਲਾਮਤ, ਇਸ ਕਰਕੇ ਮੈਂ ਤੁਹਾਨੂੰ ਇੱਥੋਂ ਪਰੇ ਲਿਜਾਣਾ ਚਾਹੁੰਦਾ। ਬਰਸ 12 ਲੋ ਫਸ ਰਹਿ ਤੋ ਫਿਰ ਹੋ ਗਏ ਮਾਰ। 12 ਸਾਲ ਤੱਕ ਜੇ ਇੱਥੇ ਫਸੇ ਰਹੇ, ਇੱਥੇ ਤੁਸੀਂ ਲੁਕੇਰਾ ਪਾ ਕੇ ਬੈਠੇ ਰਹੇ ਤਾਂ ਵੀ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਚੌਪਈ ਯੋ ਸੁਨ ਸਾਇ ਸੋ ਗੁੱਸੇ ਖਾਇਓ। ਇਹ ਸੁਣ ਕੇ ਅਬਦਾਲੀ ਨੂੰ ਹੋਰ ਗੁੱਸਾ ਚੜ ਗਿਆ। ਅਬਦਾਲੀ ਸ਼ਿਰੜੀ ਬੜਾ ਸੀ, ਜਿੱਦੀ ਬੜਾ ਸੀ, ਜਿਹੜੇ ਕੰਮ ਦੇ ਮਗਰ ਪੈ ਜਾਂਦਾ ਸੀ ਉਹਨੂੰ ਕਰਕੇ ਛੱਡਦਾ ਸੀ। ਅਬਦਾਲੀ ਦੀ ਇੱਕ ਖੂਬੀ ਵੀ ਸੀ ਵੀ ਜਿਹੜੇ ਵੀ ਕੰਮ ਨੂੰ ਹੱਥ ਪਾਉਂਦਾ ਸੀ ਉਹਨੂੰ ਸਿਰੇ ਲਾਏ ਬਿਨਾਂ ਪਿੱਛੇ ਨਹੀਂ ਸੀ ਮੁੜਦਾ। ਹਿੰਦੁਸਤਾਨ ਮੈਂ ਕਾਹੇ ਆਇਓ। ਗੁੱਸਾ ਖਾ ਕੇ ਅਬਦਾਲੀ ਬੋਲਿਆ, ਨਜੀਬ ਖਾਨ ਕਿਹੋ ਜਿਹੀਆਂ ਗੱਲਾਂ ਕਰਦਾ? 12 ਸਾਲ ਕਿਲਾ ਨਾ ਟੁੱਟੇ, ਹਿੰਦੁਸਤਾਨ 'ਚ ਮੇਰੇ ਆਉਣ ਦਾ ਫਾਇਦਾ ਕੀ ਹੈ? ਜੇ ਮੈਂ ਹਿੰਦੁਸਤਾਨ 'ਚ ਆਵਾਂ ਇੰਨੀ ਦੂਰੋਂ ਚੱਲ ਕੇ ਅਫਗਾਨਿਸਤਾਨ ਤੋਂ ਫੌਜਾਂ ਲੈ ਕੇ ਤੇ ਮੈਂ ਇੱਕ ਕਿਲਾ ਨਾ ਤੋੜ ਸਕਾਂ ਤਾਂ ਮੇਰੇ ਵਾਸਤੇ ਡੁੱਬ ਮਰਨ ਵਾਲੀ ਗੱਲ ਹੈ। ਜੋ ਹਮ ਪੈ ਨਹੀਂ ਏਤੀ ਸ਼ਕਤ। ਜੇ ਮੇਰੇ 'ਚ ਇੰਨਾ ਵੀ ਬਲ ਨਾ ਹੋਇਆ, ਇੰਨੀ ਵੀ ਤਾਕਤ ਨਾ ਹੋਈ ਕਿ ਮੈਂ ਅਲੀਗੜ੍ਹ ਨਾ ਫਤਿਹ ਕਰ ਸਕਿਆ, ਹੋਏ ਪਤਸ਼ਾਹੀ ਹਮ ਤੇ ਕਦ ਤੱਕ। ਤੇ ਫਿਰ ਮੈਨੂੰ ਰਾਜ ਕਿਹਨੇ ਕਰਨ ਦੇਣਾ? ਬਾਦਸ਼ਾਹੀ ਮੇਰੀ ਖੋਹ ਲੈਣਗੇ ਫਿਰ ਸਾਰੇ। ਜੇ ਮੈਂ ਇਹ ਕਿਲਾ ਨਾ ਫਤਿਹ ਕਰ ਸਕਿਆ ਤੇ ਹੋਰ ਕਿਲੇ ਵੀ ਲੋਕ ਮੇਰੇ ਤੋਂ ਆਕੀ ਹੋ ਜਾਣਗੇ, ਮੇਰੇ ਤੋਂ ਕੋਈ ਡਰੇਗਾ ਨਹੀਂ। ਗੜ ਮਾਰਤ ਗਤ ਵਿਦਿਆ ਨਾ ਜਾਣੈ। ਤੈਨੂੰ ਕਿਲਾ ਤੋੜਨ ਦੀ ਵਿਦਿਆ ਨਹੀਂ ਆਉਂਦੀ, ਪਰ ਮੈਂ ਅਬਦਾਲੀ ਹਾਂ ਤੇ ਮੈਂ ਉਹ ਕਿਤਾਬਾਂ ਪੜ੍ਹੀਆਂ ਨੇ ਜਿਨ੍ਹਾਂ ਕਿਤਾਬਾਂ ਦੇ ਵਿੱਚ ਕਿਲੇ ਫਤਿਹ ਕਰਨ ਦੇ ਤਰੀਕੇ ਦੱਸੇ ਹੋਏ ਆ। ਸਾਧ ਸੰਗਤ ਜੀ, ਬੜੇ ਬੜੇ ਗ੍ਰੰਥ ਜੰਗ ਦੀ ਰਣਨੀਤੀ ਤੇ ਲਿਖੇ ਗਏ, ਉਹਨਾਂ ਦੇ ਵਿੱਚ ਇਹ ਵੀ ਲਿਖਿਆ ਜਾਂਦਾ ਵੀ ਕਿਲਾ ਕਿਵੇਂ ਤੋੜੀਦਾ, ਕਿਵੇਂ ਫਤਿਹ ਕਰੀਦਾ। ਉਹ ਜਿਹੜੀ ਵਿਦਿਆ ਹੁੰਦੀ ਆਮ ਤੌਰ 'ਤੇ ਛਪੇ ਨਹੀਂ ਮਿਲਦੀ। ਗੁਪਤੀ ਗ੍ਰੰਥ ਹੱਥ ਲਿਖਤ ਹੁੰਦੇ ਨੇ, ਫਾਰਸੀ ਭਾਸ਼ਾ ਦੇ ਵਿੱਚ, ਅਰਬੀ ਭਾਸ਼ਾ ਦੇ ਵਿੱਚ, ਉਰਦੂ ਭਾਸ਼ਾ ਦੇ ਵਿੱਚ, ਸੰਸਕ੍ਰਿਤ ਵਿੱਚ ਵੀ ਕੁਝ ਮਿਲਦੇ ਪੁਰਾਣੇ, ਪਰ ਉਹ ਆਮ ਨਹੀਂ ਮਿਲਦੇ। ਰਾਜੇ ਮਹਾਰਾਜੇ ਉਹ ਵਿਦਿਆ ਗੁਪਤ ਰੱਖਦੇ ਹਨ। ਹਾਂਜੀ। ਕਿਮ ਹਮ ਰਾਖੈ ਬਿਰਧ ਸਿਆਣੇ। ਅਬਦਾਲੀ ਕਹਿਣ ਲੱਗਾ, ਮੈਂ ਐਡੇ ਐਡੇ ਮੌਲਵੀ, ਐਡੇ ਐਡੇ ਸਿਆਣੇ ਪੜ੍ਹੇ ਲਿਖੇ ਬੰਦੇ ਕਾਹਦੇ ਵਾਸਤੇ ਰੱਖੇ? ਰੋਟੀਆਂ ਖਵਾਉਣ ਵਾਸਤੇ। ਜੇ ਉਹ ਬਜ਼ੁਰਗ ਸਿਆਣੇ ਜੋ ਉਹਦੇ ਜੰਗੀ ਜਰਨੈਲ ਅੱਜ ਕੰਮ ਨਾ ਆਏ ਤੇ ਫਿਰ ਕਦੋਂ ਆਉਣਗੇ? ਗੜ ਮਾਰਤ ਗਤ ਵਿਦਿਆ ਨਾ ਜਾਣੈ। ਜਿਨ੍ਹਾਂ ਨੂੰ ਕਿਲਾ ਤੋੜਨ ਦੀ ਜੁਗਤ ਨਹੀਂ ਆਉਂਦੀ, ਕਿਲਾ ਤੋੜਨ ਦੀ ਵਿਦਿਆ ਨਹੀਂ ਆਉਂਦੀ, ਉਹਨਾਂ ਨੂੰ ਜਰਨੈਲ ਰੱਖਣ ਦੀ ਕੀ ਲੋੜ ਹੈ? ਉਹ ਫੌਜ ਬਣਾਉਣ ਦੀ ਤੇ ਫੌਜੀ ਤਾਕਤਾਂ ਬਣਾ ਕੇ ਹਮਲੇ ਕਰਨ ਦੀ ਕੀ ਲੋੜ ਹੈ ਜੇ ਕਿਲਾ ਨਾ ਤੋੜ ਸਕੇ? ਆਹ ਸਾਹਮਣੇ ਜਿਹੜਾ ਕਿਲਾ ਤੂੰ ਕਹਿ ਰਿਹਾ ਅਲੀਗੜ੍ਹ ਦਾ 12 ਸਾਲ 'ਚ ਨਹੀਂ ਟੁੱਟਦਾ, ਮੈਂ ਤੈਨੂੰ 12 ਘੰਟਿਆਂ 'ਚ ਤੋੜ ਕੇ ਵਿਖਾ ਸਕਦਾ ਹਾਂ। ਗੜ ਮਾਰਨ ਸ਼ਕਤ ਕਿਤਾਬ ਮੰਗਾਈ। ਉਸ ਵੇਲੇ ਅਬਦਾਲੀ ਨੇ ਆਪਣੇ ਮੌਲਵੀਆਂ ਨੂੰ ਕਿਹਾ, ਜਿਹੜੇ ਪੜ੍ਹੇ ਲਿਖੇ ਜੰਗੀ ਜਰਨੈਲ ਸਨ, ਜੰਗ ਦੀ ਵਿਦਿਆ ਪੜ੍ਹਨ ਵਾਲੇ। ਵਿਦਿਆ ਵੱਖੋ ਵੱਖ ਕਿਸਮ ਦੀ ਹੁੰਦੀ ਹੈ, ਹਰ ਇੱਕ ਤਰ੍ਹਾਂ ਦਾ ਸਪੈਸ਼ਲਿਸਟ ਵਿਦਵਾਨ ਹੁੰਦੇ। ਜਿਵੇਂ ਕੋਈ ਆਯੁਰਵੇਦ ਦੇ ਵਿਦਵਾਨ, ਕੋਈ ਹਿਕਮਤ ਦੇ ਵਿਦਵਾਨ, ਕੋਈ ਜੰਗ ਦੇ ਵਿਦਵਾਨ, ਕੋਈ ਕੁਰਾਨ ਦੇ ਵਿਦਵਾਨ, ਕੋਈ ਕਿਸੇ ਧਰਮ ਗ੍ਰੰਥ ਦੇ ਵਿਦਵਾਨ। ਇਸੇ ਤਰ੍ਹਾਂ ਲੜਾਈ ਦੇ ਜਿਹੜੇ ਮਾਹਰ ਸਨ, ਜਿਹਨਾਂ ਨੇ ਉਹ ਕਿਤਾਬਾਂ ਸਾਂਭ ਕੇ ਰੱਖੀਆਂ ਹੋਈਆਂ ਸਨ ਵੱਡੇ ਬਜ਼ੁਰਗਾਂ ਦੀਆਂ, ਜਿਨ੍ਹਾਂ 'ਚ ਲਿਖਿਆ ਸੀ ਕਿਲਾ ਕਿਵੇਂ ਤੋੜੀਦਾ ਹੈ। ਕਿਤਾਬਾਂ ਮੰਗਾਈਆਂ ਸਾਰੀਆਂ, ਕਢਾਈਆਂ ਪੁਸਤਕਾਲਿਆਂ ਵਿੱਚੋਂ। ਗੜ ਕੀ ਨਕਲ ਸਭ ਲਈ ਲਿਖਾਈ। ਔਰ ਕਿਲੇ ਦਾ ਨਕਸ਼ਾ ਵੀ ਤਿਆਰ ਕਰ ਲਿਆ। ਕਿਲੇ ਦਾ ਨਕਸ਼ਾ ਤਿਆਰ ਕਰਕੇ ਉਹ ਕਢਵਾ ਲਿਆ ਕਿਤੋਂ, ਕਿਉਂਕਿ ਦੋਵੇਂ ਪਾਸੇ ਬੰਦੇ ਇੱਕ ਦੂਜੀ ਦੇ ਖਰੀਦੇ ਹੁੰਦੇ ਹੀ ਹੈ। ਜਿਹੜੇ ਉੱਧਰੋਂ ਭੇਜ ਦੇਣ ਵਾਲੇ ਹੁੰਦੇ ਉਹ ਵੀ ਹੁੰਦੇ, ਜਿਹੜੇ ਇੱਧਰੋਂ ਭੇਜ ਦੇਣ ਵਾਲੇ ਹੁੰਦੇ ਉਹ ਵੀ ਹੁੰਦੇ ਆ।
ਭੇਦ ਦੇਣ ਵਾਲਿਆਂ ਤੋਂ ਪਤਾ ਲਾਇਆ ਕਿਲੇ ਦਾ ਨਕਸ਼ਾ ਕੀ ਹੈ, ਕਿਲੇ ਦੇ ਕਿੰਨੇ ਦਰਵਾਜ਼ੇ ਹਨ, ਕਿਤਨੇ ਕੋਟ ਹਨ, ਕਿਤਨੀਆਂ ਖਾਈਆਂ ਡੂੰਘੀਆਂ ਹਨ, ਕਿੰਨੇ ਮੋਰਚੇ ਹਨ। ਸਭ ਚੀਜ਼ਾਂ ਦਾ ਪਤਾ ਕਰਨ ਦੀ ਅਬਦਾਲੀ ਨੇ ਕੋਸ਼ਿਸ਼ ਕੀਤੀ। ਦੋਨੋਂ ਕੀ ਉਨ ਜੁਗਤਰ ਲਾਏ। ਫਿਰ ਉਹਨੇ ਕਿਤਾਬ ਵੀ ਦੇਖੀ, ਪਹਿਲਾਂ ਨਕਸ਼ਾ ਪੜ੍ਹਿਆ ਸਾਰਾ, ਨਕਸ਼ੇ ਤੋਂ ਬਾਅਦ ਉਹਨੇ ਜਿਹੜੀਆਂ ਕਿਤਾਬਾਂ ਸੀ ਪੁਰਾਣੀਆਂ, ਜਿਨ੍ਹਾਂ 'ਚ ਕਿਲਿਆਂ ਨੂੰ ਤੋੜਨ ਦੇ ਤਰੀਕੇ ਦੱਸੇ ਹੁੰਦੇ ਆ, ਕਿਲਿਆਂ ਨੂੰ ਬਚਾਉਣ ਦੇ ਵੀ ਤਰੀਕੇ ਸਾਧ ਸੰਗਤ ਜੀ ਬੜੇ ਅਜੀਬੋ ਗਰੀਬ। ਕਦੀ ਗੋਲਕੁੰਡਾ ਹੈਦਰਾਬਾਦ ਦਾ ਕਿਲਾ ਦੇਖੀਏ, ਬੜੀ ਅਜੀਬ ਉਸ ਕਿਲੇ ਦੀ ਬਣਾਵਟ ਕੀਤੀ ਗਈ ਹੈ। ਆਮ ਤੌਰ 'ਤੇ ਕੀ ਹੁੰਦਾ ਸੀ ਵੀ ਕਿਲੇ ਦਾ ਦਰਵਾਜ਼ਾ ਸਾਹਮਣੇ ਹੁੰਦਾ ਸੀ ਅਤੇ ਹਾਥੀਆਂ ਨੂੰ ਦੌੜਾ ਕੇ ਤੇ ਜ਼ੋਰ ਨਾਲ ਟੱਕਰ ਮਾਰ ਕੇ ਹਾਥੀ ਕਿਲਾ ਦਰਵਾਜ਼ਾ ਤੋੜਦੇ ਸੀ। ਉਸ ਕਿਲੇ ਦੇ ਦਰਵਾਜ਼ੇ ਦੇ ਅਗਲੇ ਪਾਸੇ ਇਸ ਤਰ੍ਹਾਂ ਦੀ ਗੋਲ ਇੱਕ ਬੜੀ ਵੱਡੀ ਕੰਧ ਫੇਰ ਕੱਢੀ ਕੀਤੀ ਹੋਈ ਹੈ, ਯਾਨੀ ਦਰਵਾਜ਼ਾ ਅੱਗੋਂ ਕੰਧ ਨਾਲ ਢੱਕਿਆ ਹੋਇਆ, ਔਰ ਕੰਧ ਵੀ ਕੋਈ ਛੋਟੀ ਨਹੀਂ, ਉਹ ਵੀ ਕਿਲਾ ਹੀ ਇੱਕ ਤਰ੍ਹਾਂ ਦਾ ਬਹੁਤ ਵੱਡਾ। ਅਤੇ ਉਹਦੇ ਘੁੰਮ ਕੇ ਆਉਣਾ ਪੈਂਦਾ ਅਤੇ ਦਰਵਾਜ਼ੇ ਤੋਂ ਸਿਰਫ 20 ਫੁੱਟ ਦਾ ਫਰਕ ਹੈ, ਬਸ 20-25 ਫੁੱਟ ਬਾਅਦ ਦਰਵਾਜ਼ਾ ਹੈ। ਹੁਣ ਜਦੋਂ ਹਾਥੀ ਦੌੜ ਕੇ ਆਵੇਗਾ ਉਹਨੂੰ 150 ਫੁੱਟ ਚਾਹੀਦਾ, ਤਾਂ ਹੀ ਦੌੜ ਕੇ ਟੱਕਰ ਮਾਰੇਗਾ। ਹਾਥੀ ਉੱਥੇ ਖੜ੍ਹ ਕੇ ਟੱਕਰ ਨਹੀਂ ਮਾਰ ਸਕਦਾ, ਜੇ ਟੱਕਰ ਮਾਰੇ ਤਾਂ ਪਿੱਛੇ ਕੰਧ ਹੈ, ਉੱਥੇ ਜ਼ੋਰ ਨਹੀਂ ਪੈਂਦਾ। ਇਸ ਤਰ੍ਹਾਂ ਕਿਲੇ ਬਣਾਉਣ ਵਾਲਿਆਂ ਨੇ ਵੀ ਅਤੇ ਕਿਲਿਆਂ ਨੂੰ ਬਚਾਉਣ ਵਾਲਿਆਂ ਨੇ ਆਪਣੀਆਂ ਸੇਫਟੀਆਂ ਕੀਤੀਆਂ ਹੁੰਦੀਆਂ ਸਨ। ਅੱਗੋਂ ਫਿਰ ਤੋੜਨ ਵਾਲੇ ਵੀ, ਉਹ ਵੀ ਕੋਈ ਨਾ ਕੋਈ ਜਾਦੂ ਕੱਢਦੇ ਸਨ। ਦੋਵੇਂ ਪਾਸੇ ਦਿਮਾਗ ਕੰਮ ਕਰਦਾ ਸੀ। ਅਬਦਾਲੀ ਨੇ ਅਲੀਗੜ੍ਹ ਦਾ ਕਿਲਾ ਤੋੜਨ ਵਾਸਤੇ ਬੜੇ ਬੜੇ ਸਿਆਣੇ ਮਾਹਰ ਸੱਦ ਲਏ। ਸੋਗੜ ਮਾਰਨ ਗਤ ਲਈ ਪਾਏ। ਉਹਨਾਂ ਨੇ ਕਿਲੇ ਦਾ ਨਕਸ਼ਾ ਦੇਖਿਆ, ਅੰਦਰੋਂ ਬਾਹਰੋਂ ਸਾਰੇ ਭੇਦ ਕੱਢੇ। ਕਿਲਾ ਕਿੱਡਾ ਵੱਡਾ ਹੈ, ਕਿਲੇ ਦੇ ਕੋਟ ਯਾਨੀ ਦੀਵਾਰਾਂ ਕਿੰਨੀਆਂ ਹਨ, ਅੰਦਰਲਾ ਕੋਟ ਕਿੰਨਾ ਉੱਚਾ ਹੈ, ਉਸ ਤੋਂ ਅੰਦਰਲਾ ਕੋਟ ਕਿੰਨਾ ਉੱਚਾ ਹੈ, ਸਭ ਤੋਂ ਬਾਹਰਲਾ ਕੋਟ ਕਿੰਨਾ ਉੱਚਾ ਹੈ, ਅਤੇ ਉਹਦੇ 'ਚ ਮੋਰਚੇ ਕਿੰਨੇ ਹਨ, ਡੂੰਘਾਈ ਨੀਹਾਂ ਦੀ ਕਿੰਨੀ ਹੈ। ਇਹ ਸਾਰੀਆਂ ਚੀਜ਼ਾਂ ਦਾ ਭੇਦ ਅਬਦਾਲੀ ਨੇ ਜਾਣਨ ਤੋਂ ਬਾਅਦ ਉਹ ਕਿਤਾਬਾਂ ਵੀ ਕਢਾਈਆਂ ਜਿਹੜੀਆਂ ਦਾਦਿਆਂ ਪੜਦਾਦਿਆਂ ਦੀਆਂ ਲਿਖੀਆਂ ਹੋਈਆਂ। ਜੰਗ ਦੇ ਵਿੱਚ ਕਿਸ ਤਰ੍ਹਾਂ ਕਿਲੇ ਤੋੜੀਦੇ ਹਨ, ਉਹ ਵਿੱਦਿਆ ਦਾ ਮੇਲ ਕੀਤਾ ਗਿਆ। ਫਿਰ ਸਿਆਣਿਆਂ ਨੇ ਤਰੀਕਾ ਦੱਸ ਦਿੱਤਾ। ਮੁੱਛਨ ਪਰ ਤਿੰਨ ਦੀਨੋਂ ਤਾਉ। ਜਦੋਂ ਪਤਾ ਲੱਗ ਗਿਆ, ਅਬਦਾਲੀ ਨੇ ਮੁੱਛਾਂ ਦੇ ਤਾ ਦੇ ਕੇ ਕਿਹਾ, ਨਜੀਬ ਖਾਂ ਹੁਣ ਦੇਖ, ਮੈਂ ਜਿਵੇਂ ਖਰੋਟ ਭੰਨੀ ਦਾ ਨਾ, ਏਦਾਂ ਕਿਲਾ ਭੰਨ ਦਿਆਂਗਾ। ਕਹਿਓ ਨਗਾਰਾ ਦਿਓ ਬੁਝਾਓ। ਅਬਦਾਲੀ ਨੇ ਕਿਹਾ, ਮਾਰੋ ਚੋਟਾ ਨਗਾਰੇ ਤੇ, ਜੰਗ ਦਾ ਐਲਾਨ ਕਰ ਦਿਓ, ਅਲੀਗੜ੍ਹ ਦੇ ਜਾਟਾਂ ਨਾਲ ਮੇਰੀ ਲੜਾਈ ਹੋਣੀ ਹੈ। ਉਹ ਤੁਰਕਨ ਘਰ ਪਰ ਗਇਓ ਸੋਗ। ਉਸ ਵੇਲੇ ਜਿਹੜੇ ਨਜੀਬ ਖਾਂ ਰੁਹੇਲੇ ਵਰਗੇ ਨਾਲ ਮੁਸਲਮਾਨ ਮੁਗਲ ਸਨ, ਉਹਨਾਂ ਨੂੰ ਬੜਾ ਸ਼ੌਕ ਹੋਇਆ। ਪਠਾਣਾਂ ਨੂੰ ਅਤੇ ਸਿਪਾਹੀਆਂ ਤੁਰਕਾਂ ਨੂੰ ਉਹਨਾਂ ਵਾਸਤੇ ਮੁਸੀਬਤ ਛਿੜ ਗਈ। ਉਹ ਸੋਚਾਂ 'ਚ ਪੈ ਗਏ। ਉਹ ਕਹਿਣ ਲੱਗੇ, ਬਾਦਸ਼ਾਹ ਅਬਦਾਲੀ ਬੇਵਕੂਫ ਆਦਮੀ ਹੈ, ਅਸੀਂ ਇਹਨੂੰ ਸਮਝਾਇਆ ਵੀ ਇਹ ਲੜਾਈ ਨਾ ਲੜੇ, ਪਰ ਇਹ ਨਹੀਂ ਮੰਨਦਾ, ਇਹ ਸਾਨੂੰ ਮਰਵਾਏਗਾ। ਕਿਉ ਸਾਇਨੇ ਬੜੋ ਅਜੋਗ। ਉਹ ਸਾਰੇ ਕਹਿੰਦੇ ਬਾਦਸ਼ਾਹ ਨੇ ਇੱਥੇ ਸਿਆਣਪ ਨਹੀਂ ਵਰਤੀ, ਬਾਦਸ਼ਾਹ ਨੇ ਬੜਾ ਅਜੋਗ ਕੰਮ ਕੀਤਾ ਜੋ ਲੜਾਈ ਛੇੜ ਲਈ ਹੈ। ਇਸ ਲੜਾਈ 'ਚ ਸਾਡੇ ਬੰਦੇ ਬਹੁਤ ਮਰਨਗੇ ਅਤੇ ਜਿੱਤ ਸਾਨੂੰ ਹਾਸਲ ਨਹੀਂ ਹੋਣੀ। ਜੇ ਜਿੱਤ ਵੀ ਜਾਈਏ ਤਾਂ ਕਿਲੇ 'ਚੋਂ ਸਾਨੂੰ ਲੱਭਣਾ ਕੁਛ ਨਹੀਂ ਸਿਵਾਏ ਬੰਦਿਆਂ ਦੇ। ਹਾਂਜੀ। ਹੋਰ ਤੁਰਕਨ ਘਰ ਪਰ ਗਇਓ ਸੋਗ। ਤੁਰਕਾਂ ਦੇ ਘਰ ਸੋਗ ਪੈ ਗਿਆ, ਤੁਰਕਾਂ ਦੇ ਘਰ ਚਿੰਤਾ ਪੈ ਗਈ ਵੀ ਬੇਲੋੜੀ ਲੜਾਈ ਬਾਦਸ਼ਾਹ ਨੇ ਸਾਡੇ ਗਲ ਪਾ ਦਿੱਤੀ ਹੈ। ਕਿਉਂਕਿ ਉਹਨਾਂ ਦਿਨਾਂ ਵਿੱਚ ਜਿਹੜੀਆਂ ਲੜਾਈਆਂ ਸਨ, ਉਹ ਰਾਜ ਸੱਤਾ ਪ੍ਰਾਪਤ ਕਰਨ ਲਈ ਹੁੰਦੀਆਂ ਸਨ, ਅਤੇ ਜੇ ਰਾਜ ਸੱਤਾ ਮਿਲਣੀ ਨਹੀਂ, ਕੋਈ ਖਰਚਾ ਨਹੀਂ ਮਿਲਣਾ, ਪੈਸਾ ਨਹੀਂ ਮਿਲਣਾ, ਕੋਈ ਲੁੱਟਮਾਰ ਨਹੀਂ ਹੋਣੀ, ਤੇ ਬਿਨਾਂ ਮਤਲਬ ਦੇ ਲੜਾਈ ਲੜਨ ਦਾ ਕਿਆ ਫਾਇਦਾ। ਉਹ ਜਿਹੜੇ ਰਾਜਨੀਤਿਕ ਲੋਕ ਸਨ ਜਾਂ ਫੌਜ ਦੇ ਵਿੱਚ ਵੱਡੇ ਅਫਸਰ ਸਨ, ਉਹਨਾਂ ਸਾਰਿਆਂ ਨੂੰ ਚਿੰਤਾ ਹੋ ਗਈ। ਜਾਏ ਮਥੀ ਗੜ ਸੋ ਲੜਾਈ। ਪਰ ਅਬਦਾਲੀ ਨੇ ਜਾ ਕੇ ਲੜਾਈ ਸ਼ੁਰੂ ਕਰ ਦਿੱਤੀ। ਅਬਦਾਲੀ ਦਾ ਹੁਕਮ ਵੀ ਨਹੀਂ ਮੇਟ ਸਕਦੇ, ਹੁਕਮ ਤਾਂ ਮੰਨਣਾ ਪੈਣਾ, ਲੜਨਾ ਤਾਂ ਪੈਣਾ।
ਪਰ ਅੰਦਰੋਂ ਲੜਨ ਨੂੰ ਖੁਸ਼ ਕੋਈ ਨਹੀਂ ਹਨ। ਤੁਰਕ ਸਿਪਾਹੀ ਛਾਏ ਜੰਤਰ ਮੈਥੀ ਵਿਦਿਆਈ। ਪਰ ਬਾਦਸ਼ਾਹ ਦੇ ਕੋਲ ਉਹ ਗੱਲ ਆ ਗਈ। ਇੱਕ ਹੁੰਦਾ ਮੰਤਰ, ਇੱਕ ਹੁੰਦਾ ਤੰਤਰ, ਇੱਕ ਹੁੰਦਾ ਜੰਤਰ। ਜੰਤਰ ਹੁੰਦਾ ਕੋਈ ਕਲਾ, ਕੋਈ ਢੰਗ, ਕੋਈ ਤਰੀਕਾ। ਜਿਵੇਂ ਅੱਜ ਕੱਲ੍ਹ ਸਾਧ ਸੰਗਤ ਜੀ ਮਸ਼ੀਨਰੀ ਹੈ, ਇਹਨੂੰ ਯੰਤਰ ਕਹਿੰਦੇ ਹਨ। ਮਸ਼ੀਨਰੀ ਦੇ ਨਾਲ ਇੱਕ ਮਸ਼ੀਨ ਓਨਾ ਕੰਮ ਕਰ ਦਿੰਦੀ ਹੈ ਜਿੰਨਾ 100 ਬੰਦੇ ਨਹੀਂ ਕਰ ਸਕਦੇ, 1000 ਬੰਦੇ ਨਹੀਂ ਕਰ ਸਕਦੇ। ਹੁਣ ਤਾਂ ਕੰਪਿਊਟਰ ਯੁੱਗ ਆ ਗਿਆ। ਯੰਤਰ ਮੈਨੇ ਕੋਈ ਢੰਗ ਤਰੀਕਾ, ਕੋਈ ਇਹੋ ਜਿਹੀ ਚੀਜ਼ ਬਣਾ ਲੈਣੀ ਜਿਹਦੇ ਨਾਲ ਕੰਮ ਸੌਖਾ ਹੋ ਜਾਵੇ। ਸੋ ਅਬਦਾਲੀ ਨੇ ਯੰਤਰ ਲੱਭ ਲਿਆ, ਕਿਲ੍ਹਾ ਤੋੜਨ ਦਾ ਤਰੀਕਾ ਲੱਭ ਲਿਆ। ਉਹਨੂੰ ਪਤਾ ਸੀ ਉਸ ਗੱਲ ਦਾ, ਪਰ ਫੌਜਾਂ ਨੂੰ ਨਹੀਂ ਸੀ। ਸਾਰੀ ਫੌਜ ਨੂੰ ਅਬਦਾਲੀ ਦੱਸ ਵੀ ਨਹੀਂ ਸਕਦਾ, ਕਿਉਂਕਿ ਜੇ ਵਿੱਚ ਉਹ ਓਪਨ ਕਰਦਾ ਗੱਲ ਨੂੰ ਤਾਂ ਜਿਹੜੀ ਉਹ ਗੱਲ ਹੈ ਕਿਸੇ ਨਾ ਕਿਸੇ ਰੂਪ 'ਚ ਦੁਸ਼ਮਣ ਨੂੰ ਵੀ ਪਤਾ ਲੱਗੇਗੀ ਵੀ ਇਸ ਤਰ੍ਹਾਂ ਤੋੜਨਾ ਕਿਲ੍ਹਾ, ਉਹ ਉਹਦੀ ਰੁਕਾਵਟ ਕਰਨਗੇ। ਤੋ ਅਬਦਾਲੀ ਦੇ ਜਰਨੈਲ ਲੜਾਈ ਕਰਨਾ ਨਹੀਂ ਚਾਹੁੰਦੇ, ਉਹਦੀ ਫੌਜ ਲੜਨਾ ਨਹੀਂ ਚਾਹੁੰਦੀ। ਅਬਦਾਲੀ ਕਹਿੰਦਾ ਲੜੋ। ਇਸ ਤਰ੍ਹਾਂ ਦੀ ਅਲੀਗੜ੍ਹ ਦੇ ਮੈਦਾਨ ਵਿੱਚ ਦੁਬਿਧਾ ਪੈ ਗਈ ਤੁਰਕਾਂ ਨੂੰ। 8 ਦਿਨ ਮੈਂ ਮਰਦ ਜਿਮ ਸੋਏ। ਸਾਰੇ ਸੋਚਣ ਲੱਗੇ ਆਪਾਂ 8 ਦਿਨਾਂ 'ਚ ਮਰ ਜਾਣਾ। 8 ਦਿਨਾਂ 'ਚ ਜਾਟਾਂ ਨੇ ਸਾਡਾ ਭੋਗ ਪਾ ਦੇਣਾ ਔਰ ਜਾਟ ਜਿੱਤ ਜਾਣਗੇ, ਅਸੀਂ ਹਾਰ ਜਾਵਾਂਗੇ। ਹੋਏ ਅਸਵਤਾਤੀ ਕੰਧੈ ਜੋਏ। ਕਿਉਂਕਿ ਗੱਲ ਇਉਂ ਸੀ, ਜਿਹੜਾ ਉਹ ਕਿਲ੍ਹਾ ਸੀ ਨਾ ਅਲੀਗੜ੍ਹ ਦਾ, ਉਹਦੀ ਜਿਹੜੀ ਕੰਧ ਸੀਗੀ ਉਹਦੇ ਅੰਦਰ 8 ਧਾਤਾਂ ਦੀ ਚਾਦਰ ਪਲੇਟ ਪਾਈ ਹੁੰਦੀ ਸੀ। 2 ਕੰਧਾਂ ਖੜੀਆਂ ਕਰ ਲੈਣੀਆਂ ਤੇ ਉਹਦੇ ਵਿੱਚ ਦੋਵਾਂ ਕੰਧਾਂ ਦੇ ਵਿੱਚ 8 ਧਾਤਾਂ, ਲੋਹਾ, ਤਾਂਬਾ, ਜਿਸਤ, ਕਲੀ ਸਾਰੀਆਂ ਮਿਲਾ ਕੇ ਢਾਲ ਢਾਲ ਕੇ ਪਾ ਦੇਣੀਆਂ। ਕੰਧਾਂ ਨਾਲ ਇੱਟਾਂ ਦੀਆਂ ਵੀ ਖੜੀਆਂ, ਚੂਨੇ ਦੀਆਂ ਵੀ ਖੜੀਆਂ। ਉਹਦੇ ਵਿੱਚ 8 ਧਾਤਾਂ ਦੀ ਪਲੇਟ ਪਾਈ ਹੋਈ। ਹੁਣ 8 ਧਾਤਾਂ ਦੀ ਜਿਹੜੀ ਪਲੇਟ ਹੈ ਉਹਨੂੰ ਵਿੰਨਣਾ ਕਾਹਦੇ ਨਾਲ ਹੈ, ਉਹਨੂੰ ਕਿਵੇਂ ਪਾੜੋਗੇ? ਤੋਪਾਂ ਦਾ ਗੋਲਾ ਵੀ ਨਹੀਂ ਉੱਤੇ ਅਸਰ ਕਰਦਾ, ਐਡੀ ਮੋਟੀ ਪਲੇਟ ਹੈ, ਛੋਟੀ ਮੋਟੀ ਨਹੀਂ। ਪੂਰੇ ਕਿਲ੍ਹੇ ਦੇ 8 ਧਾਤਾਂ ਦੀ ਦੀਵਾਰ, 8 ਧਾਤਾਂ ਦੀ ਕੰਧ ਬਣਾ ਕੇ ਕਿਲ੍ਹੇ ਦੇ ਆਲੇ ਦੁਆਲੇ ਅਬਦਾਲੀ ਨੇ ਪਤਾ ਕੀਤਾ ਵੀ ਇਸ ਤਰ੍ਹਾਂ ਦੀ ਇਹਨਾਂ ਜਾਟਾਂ ਨੇ ਵਿਉਂਤਬੰਦੀ ਕੀਤੀ ਹੋਈ ਹੈ। ਕਰੇ ਨਾ ਗੋਲਾ ਖਤ ਤੇ ਤਾਈ। ਉਹਦੇ ਵਿੱਚ ਗੋਲਾ ਮੋਹਰਾ ਨਹੀਂ ਕਰ ਸਕਦਾ। ਜੇ ਕਿਲ੍ਹੇ ਤੋੜੇ ਜਾਂਦੇ ਤੋਪਾਂ ਦੇ ਗੋਲਿਆਂ ਨਾਲ, ਜਿੱਥੇ ਦੀਵਾਰ ਕਮਜ਼ੋਰ ਹੁੰਦੀ ਉੱਥੇ ਲਗਾਤਾਰ ਗੋਲੇ ਮਾਰ ਮਾਰ ਕੇ ਗੋਲਿਆਂ ਨਾਲ ਵੱਡੇ ਵੱਡੇ ਤੋਪਾਂ ਦੇ ਫਾਇਰ ਕੀਤੇ ਜਾਂਦੇ। ਜਿੱਥੇ ਗੋਲੇ ਵੱਜਦੇ ਉਹ ਕਿਲ੍ਹੇ ਦੀਆਂ ਇੱਟਾਂ ਹਿੱਲਣੀਆਂ ਸ਼ੁਰੂ ਹੁੰਦੀਆਂ, ਪਾੜ ਪੈ ਜਾਂਦਾ ਤੇ ਉੱਥੋਂ ਫੌਜਾਂ ਅੰਦਰ ਵੜ ਜਾਂਦੀਆਂ। ਪਰ ਇੱਥੇ ਦਿੱਕਤ ਇਹ ਹੈ ਵੀ ਕੰਧ ਕੱਟੀ ਇੱਟਾਂ ਦੀ ਨਹੀਂ, 8 ਧਾਤਾਂ ਦੀ ਵਿੱਚ ਬਣਾਈ ਹੈ ਤੇ ਗੋਲਾ ਉਹਦੇ ਚੋਂ ਪਾਰ ਨਹੀਂ ਲੰਘ ਸਕਦਾ। ਸੁਰੰਗ ਲਗੇ ਨਹਿ ਕਿਤੇ ਸੋਦਾਈ। ਅਬਦਾਲੀ ਦੀ ਤੋਪ ਦਾ ਗੋਲਾ ਸੁਰੰਗ ਨਹੀਂ ਬਣਾ ਸਕਦਾ, ਉਹਦੇ ਵਿੱਚੋਂ ਦੀ ਮੋਰੀ ਨਹੀਂ ਕਰ ਸਕਦਾ। ਤੇ ਥੱਲੇ ਵੀ ਉਹਦੀ ਜੜ ਜਿਹੜੀ ਹੈ ਨਾ ਕਿਲ੍ਹੇ ਦੀ ਬਹੁਤ ਡੂੰਘੀ ਹੈ। ਜੇ ਥੱਲਿਓਂ ਸੁਰੰਗ ਬਣਾ ਕੇ ਪਟਦੇ ਅੰਦਰ ਵੜਨ ਦੀ ਕੋਸ਼ਿਸ਼ ਕਰਦੇ ਨੇ ਤਾਂ ਵੀ ਸੁਰੰਗ ਲੱਗਣੀ ਔਖੀ ਹੈ। ਦੋਹਰਾ ਫਿਰ ਜੋੜ ਕੇ ਤੁਰਕ ਹੱਥ 100 ਰਹਿ ਟਲਾਏ। ਫਿਰ ਸਾਰੇ ਤੁਰਕਾਂ ਨੇ ਹੱਥ ਜੋੜੇ, ਨਜੀਬ ਖਾਂ ਰੋਹੇਲੇ ਨੇ ਅਤੇ ਵੱਡੇ ਵੱਡੇ ਅਫਸਰਾਂ ਨੇ ਆ ਕੇ ਬਾਦਸ਼ਾਹ ਅਬਦਾਲੀ ਨੂੰ ਮਿੰਨਤਾਂ ਕੀਤੀਆਂ। ਸ਼ਹਿਨਸ਼ਾਹ ਹੱਥ ਜੋੜ ਕੇ ਬੇਨਤੀ ਹੈ, ਫੌਜ ਨੂੰ ਬਿਨਾਂ ਮਤਲਬ ਦੇ ਨਾ ਮਰਵਾਓ। ਇੱਥੇ ਫੌਜ ਆਪਣੀ ਅਲੀਗੜ੍ਹ ਦੇ ਵਿੱਚ ਐਵੇਂ ਮਰ ਰਹੀ ਹੈ, ਲੱਭਣਾ ਆਪਾਂ ਨੂੰ ਕੱਖ ਨਹੀਂ, ਧੇਲਾ ਨਹੀਂ ਮਿਲਣਾ ਇੱਥੋਂ, ਤੇ ਨੁਕਸਾਨ ਆਪਣਾ ਐਵੇਂ ਹੋਣਾ ਤੇ ਟਾਈਮ ਵੀ ਖਰਾਬ ਹੋਣਾ। ਹੋ ਸਕਦਾ ਆਪਾਂ ਜਿੱਤੀਏ ਹੀ ਨਾ, ਹਾਰ ਜਾਈਏ। ਅੱਗਿਓਂ ਆਗਰੋ ਮਾਰ ਕੇ ਫਿਰ ਘੇਰੇ ਗਹਿ ਜਾਏ। ਤੁਸੀਂ ਇੱਕ ਵਾਰੀ ਇੱਥੋਂ ਘੇਰਾ ਚੁੱਕ ਲਓ, ਪਹਿਲਾਂ ਆਪਾਂ ਆਗਰੇ ਦਾ ਕਿਲ੍ਹਾ ਫਤਿਹ ਕਰੀਏ, ਆਗਰੇ 'ਚ ਆਪਣਾ ਰਾਜ ਬਣਾ ਲਈਏ। ਆਗਰੇ ਤੋਂ ਵਾਪਸ ਜਦੋਂ ਆਪਾਂ ਆਗਰਾ ਫਤਿਹ ਕਰ ਲਾਂਗੇ, ਇੱਕ ਤਾਂ ਆਪਣੀ ਫੌਜ ਦੁੱਗਣੀ ਚੌਗੁਣੀ ਹੋ ਜਾਏਗੀ, ਆਪਣੇ ਕੋਲ ਅਸਲਾ ਬਹੁਤ ਹੋ ਜਾਏਗਾ, ਆਗਰੇ 'ਚੋਂ ਪੈਸਾ ਵੀ ਸਾਨੂੰ ਲੱਭੇਗਾ, ਖਜ਼ਾਨਾ ਵੀ ਲੱਭੇਗਾ। ਔਰ ਇਹ ਜਿਹੜੇ ਲੋਕ ਇੱਥੇ ਕਿਲ੍ਹੇ 'ਚ ਆਕੀ ਹੋਏ ਬੈਠੇ ਨੇ ਜੱਟ,
ਇਹਨਾਂ ਜੱਟਾਂ ਦਾ ਹੌਸਲਾ ਵੀ ਘਟ ਜਾਏਗਾ ਤੇ ਅਸੀਂ ਹੱਲਾ ਕਰਕੇ ਫਿਰ ਅਲੀਗੜ੍ਹ ਦਾ ਕਿਲਾ ਇਹਨਾਂ ਕੋਲੋਂ ਖੋਹ ਲਵਾਂਗੇ। ਚੌਪਈ ਸਾਹਿਤ ਨੇ ਕੀ ਏਕ ਨਾ ਮਾਨੀ। ਪਰ ਅਬਦਾਲੀ ਬੜਾ ਢੀਠ, ਉਹਨੂੰ ਪਤਾ ਸੀ ਮੈਂ ਕਿਲਾ ਤੋੜ ਲੈਣਾ, ਗੱਲ ਇਹ ਸੀ, ਪਰ ਉਹ ਦੱਸ ਨਹੀਂ ਸੀ ਸਕਦਾ। ਅਬਦਾਲੀ ਨੇ ਨਹੀਂ ਮੰਨੀ। ਅਬਦਾਲੀ ਕਹਿਣ ਲੱਗਾ, ਸ਼ਾਹੂ ਤੋਂ ਥੋ ਜੰਤਰ ਗਿਆਨੀ। ਅਬਦਾਲੀ ਇਹ ਜੰਤਰ ਜਾਣਦਾ ਸੀ, ਉਹਨੂੰ ਇਸ ਜੰਤਰ ਦਾ ਗਿਆਨ ਸੀ ਵੀ ਕਿਹੜੇ ਤਰੀਕੇ ਨਾਲ ਕਿਲਾ ਤੋੜਿਆ ਜਾ ਸਕਦਾ। ਉਸ ਕਿਲੇ ਦਾ ਵੀ ਉਹਨੇ ਭੇਤ ਪਾ ਲਿਆ ਸੀ। ਅਬਦਾਲੀ ਸਾਧ ਸੰਗਤ ਜੀ ਬਹੁਤ ਵੱਡਾ ਜੰਗੀ ਜਰਨੈਲ ਹੋਇਆ। ਔਰ ਇੱਕ ਇਹ ਵੇਖੋ ਕਿ ਦੁਨੀਆ ਦੇ ਵਿੱਚ ਕਿਸੇ ਕੌਮ ਦੇ ਨਾਲ ਵੀ ਜੇ ਅਬਦਾਲੀ ਲੜਿਆ, ਉਸ ਕੌਮ ਦੀ ਲੱਕ ਤੋੜਤੀ। ਮਰਾਠਿਆਂ ਦੀ ਲੱਕ ਤੋੜ ਦਿੱਤੀ ਉਹਨੇ, ਜੱਟਾਂ ਦੀ ਲੱਕ ਤੋੜ ਦਿੱਤੀ, ਮਥੁਰਾ ਤੇ ਬੰਦਾਬਨ ਦੇ ਇਲਾਕੇ ਸਭ ਬਰਬਾਦ ਕਰ ਦਿੱਤੇ, ਰਾਜਾ ਜਵਾਹਰ ਮਲ। ਪਰ ਜੇ ਅਬਦਾਲੀ ਨੇ ਮੂੰਹ ਤੋਂ ਤਾਰੀਫ ਕੀਤੀ ਤਾਂ ਉਹਨੇ ਜੱਸਾ ਸਿੰਘ ਆਹਲੂਵਾਲੀਏ ਦੀ ਤੇ ਸਰਦਾਰ ਚੜ੍ਹਤ ਸਿੰਘ ਦੀ ਕੀਤੀ। ਉਹ ਕਹਿੰਦਾ ਵੀ ਸਿੱਖਾਂ ਦੇ ਇਹ ਦੋ ਜਰਨੈਲ ਮੇਰੇ ਕਾਬੂ ਨਹੀਂ ਆਏ, ਇਹਨਾਂ ਨੇ ਈਨ ਨਹੀਂ ਮੰਨੀ। ਕਹਿਣ ਦਾ ਭਾਵ ਹੈ ਕਿ ਪੰਜਾਬ ਦੇ ਵਿੱਚ ਅਬਦਾਲੀ ਨੂੰ ਸਿੰਘਾਂ ਨੇ ਕਈ ਵਾਰੀ ਚਣੇ ਚਬਾਏ ਨੇ, ਔਰ ਬਹੁਤ ਵੱਡਾ ਉਹ ਜਰਨੈਲ ਸੀ, ਉਹਨੂੰ ਆਪਣੇ ਬਰਾਬਰ ਕਿਸੇ ਨੂੰ ਸਮਝਦਾ ਨਹੀਂ ਸੀ। ਅਲੀਗੜ੍ਹ ਦਾ ਕਿਲਾ ਜਿਹਦੇ 'ਚ 12 ਸਾਲ ਘੇਰਾ ਪਾ ਕੇ ਵੀ ਨਹੀਂ ਟੁੱਟਣਾ ਸੀ, ਅਬਦਾਲੀ ਨੇ ਉਹਨੂੰ ਤੋੜਨ ਦੀ ਜੁਗਤ ਕੱਢ ਲਈ ਸੀ। ਤੇ ਅਬਦਾਲੀ ਦੇ ਜਰਨੈਲ, ਉਹਦੇ ਫੌਜੀ ਅਫਸਰ ਕਹਿ ਰਹੇ ਸਨ ਕਿ ਬਾਦਸ਼ਾਹ ਸਲਾਮਤ, ਇੱਥੋਂ ਆਪਾਂ ਪਹਿਲਾਂ ਆਗਰਾ ਫਤਿਹ ਕਰ ਲਈਏ ਚੱਲ ਕੇ, ਇਹਨਾਂ ਜਾਟਾਂ ਨੂੰ ਆ ਕੇ ਮਾਰ ਲਵਾਂਗੇ। ਪਰ ਅਬਦਾਲੀ ਕਹਿੰਦਾ ਮੈਂ ਪਹਿਲਾਂ ਅਲੀਗੜ੍ਹ ਹੀ ਫਤਿਹ ਕਰਾਂਗਾ, ਫਿਰ ਆਗਰੇ ਦੀ ਸੋਚਾਂਗਾ। ਇਸ ਛੱਡੇ ਹਮ ਅਗਰੋ ਨਾ ਟੁੱਟੈ। ਕਹਿਣ ਲੱਗਾ ਅਬਦਾਲੀ ਆਪਣੀ ਫੌਜ ਦੇ ਜਰਨੈਲਾਂ ਨੂੰ, ਬਈ ਤੁਸੀਂ ਕਹਿੰਦੇ ਹੋ ਪਹਿਲਾਂ ਆਗਰਾ ਫਤਿਹ ਕਰ ਲਈਏ, ਅਲੀਗੜ੍ਹ ਨੂੰ ਛੱਡ ਚਲੀਏ। ਜੇ ਆਪਾਂ ਇਹਨੂੰ ਛੱਡ ਕੇ ਜਾਂਦੇ ਆ ਨਾ, ਆਗਰਾ ਵੀ ਸਾਡੇ ਤੋਂ ਫਤਿਹ ਨਹੀਂ ਹੋਣਾ। ਆਗਰੇ ਵਾਲਿਆਂ ਦਾ ਹੌਸਲਾ ਵਧਿਆ ਹੋਣਾ ਵੀ ਇਹ ਤਾਂ ਉੱਥੇ ਕੁਝ ਨਹੀਂ ਕਰ ਸਕੇ, ਇੱਥੇ ਕੀ ਕਰਨਗੇ। ਦਹਿਸ਼ਤ ਬੜੀ ਵੱਡੀ ਚੀਜ਼ ਹੁੰਦੀ ਹੈ ਦੁਸ਼ਮਣ ਦੇ ਦਿਲ ਦੇ ਉੱਤੇ ਬਿਠਾਣੀ। ਜੇ ਆਪਾਂ ਅਲੀਗੜ੍ਹ ਫਤਿਹ ਕਰ ਲਾਂਗੇ, ਫਿਰ ਆਗਰਾ ਤਾਂ ਆਪੇ ਹੀ ਖਾਲੀ ਹੋ ਜਾਏਗਾ ਸਾਡੇ ਜਾਂਦਿਆਂ ਜਾਂਦਿਆਂ। ਦੋਹਰਾ ਸ਼ਾਹੂ ਜੰਤਰ ਕੇ ਜੋਰ ਤੇ ਦਿਲ ਸ਼ਾਹੂ ਤੋਂ ਹੁਲਾਸ। ਸਾਧ ਸੰਗਤ ਜੀ ਅਬਦਾਲੀ ਨੂੰ ਆਪਣੀ ਵਿਦਿਆ ਦਾ, ਆਪਣੇ ਕਿਲੇ ਤੋੜਨ ਦੇ ਜੰਤਰ ਦਾ ਬੜਾ ਹੰਕਾਰ ਸੀ, ਮਾਣ ਸੀ। ਉਹਨੂੰ ਖੁਸ਼ੀ ਸੀ ਕਿ ਮੈਂ ਇਹ ਕੰਮ ਕਰ ਲਵਾਂਗਾ। ਚੋ ਤਰਪੇ ਮੁਰਚੇ ਵੰਡਦਾ ਲਾਇਓ ਡੇਰਾ ਇੱਕ ਪਾਸ। ਉਹਨੇ ਅਬਦਾਲੀ ਨੇ ਚਾਰੇ ਪਾਸੇ ਕਿਲੇ ਅਲੀਗੜ੍ਹ ਦੇ ਮੋਰਚੇ ਲਾ ਲਏ, ਡੇਰੇ ਵੰਡ ਦਿੱਤੇ, ਫੌਜਾਂ ਦੇ ਕੈਂਪ ਲਾ ਦਿੱਤੇ ਤੇ ਇੱਕ ਥਾਂ ਤੇ ਆਪਣਾ ਡੇਰਾ ਲਾ ਲਿਆ। ਚੌਪਈ ਮੱਧ ਕਿਲੇ ਤੋਂ ਰਾਜੇ ਮਾਮਾ। ਸਾਧ ਸੰਗਤ ਜੀ ਕਿਲੇ ਦੇ ਅੰਦਰ ਜਿਹੜੇ ਜੱਟ ਸਨ, ਉਹਨਾਂ ਵਿੱਚੋਂ ਰਾਜੇ ਜਵਾਹਰ ਮਲ ਦਾ ਮਾਮਾ, ਸੂਰਜਮਲ ਦਾ ਸਾਲਾ। ਜਵਾਹਰ ਮਲ ਦੇ ਪਿਓ ਦਾ ਨਾਮ ਸੀ ਸੂਰਜਮਲ, ਭਰਤਪੁਰ ਦਾ ਰਾਜਾ ਸੀਗਾ, ਬਹੁਤ ਵੱਡਾ ਰਾਜਾ ਹੋਇਆ। ਉਹਦਾ ਪੁੱਤਰ ਜਵਾਹਰ ਮਲ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਏ ਦੇ ਨਾਲ ਬਹੁਤ ਨੇੜਤਾ ਰੱਖਦਾ ਹੈ। ਉਸ ਜਵਾਹਰ ਮਲ ਦਾ ਮਾਮਾ ਸੂਰਜਮਲ ਦਾ ਸਾਲਾ ਫੌਜਾਂ ਲੈ ਕੇ ਕਿਲੇ 'ਚ ਆਕੀ ਹੋਇਆ ਬੈਠਾ ਸੀ ਅਲੀਗੜ੍ਹ ਦੇ ਕਿਲੇ ਵਿੱਚ। ਰਾਏ ਮਲ ਤੋਂ ਉਸ ਜੱਟ ਕੋ ਨਾਮਾ। ਉਸ ਜੱਟ ਦਾ ਨਾਮ ਰਾਏ ਮਲ ਸੀ, ਜਿਹੜਾ ਕਿਲੇ 'ਚ ਆਕੀ ਹੋਇਆ ਸੀ ਅਲੀਗੜ੍ਹ ਦੇ ਵਿੱਚ। ਮੱਧ ਕਿਲੇ ਬੇਗਮ ਹੋਏ ਸੋਵੈ। ਉਹ ਜਿਹੜਾ ਰਾਏ ਮਲ ਜਵਾਹਰ ਮਲ ਦਾ ਮਾਮਾ ਸੀ, ਉਹ ਕਿਲੇ 'ਚ ਬੇਫਿਕਰ ਹੋ ਕੇ ਸੌਂਦਾ ਸੀ। ਉਹਨੂੰ ਕੋਈ ਫਿਕਰ ਨਹੀਂ ਸੀ। ਉਹਨੂੰ ਇਹ ਨਹੀਂ ਸੀ ਮੈਨੂੰ ਅਬਦਾਲੀ ਨੇ ਘੇਰਾ ਪਾਇਆ ਕੋਈ ਗੱਲ ਨਹੀਂ, ਸਵੇਰੇ ਲੜਾਂਗੇ, ਰਾਤ ਨੂੰ ਆਰਾਮ ਨਾਲ ਸੌਂ ਜਾਂਦਾ ਸੀ। ਹਾਂਜੀ, ਚਾਰੋਂ ਤਰਫ ਲੜਾਈ ਹੋਵੇ। ਚਾਰੇ ਪਾਸੇ ਲੜਾਈ ਹੁੰਦੀ ਸੀ, ਪਰ ਕਿਲੇ ਦੇ ਅੰਦਰ ਵਾਲਿਆਂ ਨੂੰ ਕੋਈ ਚਿੰਤਾ ਹੀ ਨਹੀਂ ਸੀ। ਉਹਨਾਂ ਨੂੰ ਇਹ ਮਾਣ ਸੀ ਆਪਣੇ ਕਿਲੇ ਦੇ ਉੱਤੇ ਵੀ ਇਹ ਸਾਡਾ ਕਿਲਾ ਹੈ। ਅਬਦਾਲੀ 12 ਸਾਲ ਵੀ ਸਾਨੂੰ ਘੇਰਾ ਪਾ ਕੇ ਬੈਠਾ ਰਹੇ, ਉਹ ਸਾਨੂੰ ਜਿੱਤ ਨਹੀਂ ਸਕੇਗਾ। ਅੰਦਰੋਂ ਤੋਪਣ ਕੀ ਛਲਕ ਚਲਾਵੇਂ। ਜੱਟ ਅੰਦਰੋਂ ਕਿਲਿਆਂ ਦੇ ਵਿੱਚ ਤੋਪਾਂ ਦੇ ਫੈਰ ਮਾਰਦੇ ਸਨ ਅਬਦਾਲੀ ਦੇ ਉੱਤੇ। ਬਾਹਰੋਂ ਤੋਪ ਸੋ ਟੁਕਣ ਨਾ ਪਾਵੇਂ। ਤੇ ਬਾਹਰੋਂ ਤੋਪਾਂ ਜਿਹੜੀਆਂ ਸਨ ਉਹ ਅਬਦਾਲੀ ਦੀਆਂ, ਉਹ ਕਿਲੇ ਦਾ ਕੁਝ ਵਿਗਾੜ ਨਹੀਂ ਸੀ ਸਕਦੀਆਂ। ਅੰਦਰਲੀਆਂ ਤੋਪਾਂ ਬਾਹਰਲੀ ਫੌਜ ਨੂੰ ਬਰਬਾਦ ਕਰਦੀਆਂ ਸਨ। ਅਬਦਾਲੀ ਦੀ ਫੌਜ ਰੋਜ਼ ਮਰਦੀ ਸੀ, ਪਰ ਅਬਦਾਲੀ ਦੀ ਤੋਪ ਦਾ ਗੋਲਾ ਕਿਲੇ ਵਾਲਿਆਂ ਦਾ ਵਾਲ ਵੀ ਨਹੀਂ ਸੀ ਵਿੰਗਾ ਕਰ ਸਕਦਾ। ਸੁਰੰਗ ਪਟੇ ਜਲ ਨਿਕਸੋ ਆਵੇਂ। ਔਰ ਦੂਸਰੀ ਦਿੱਕਤ ਸੀ,
ਅਬਦਾਲੀ ਦੀ ਫੌਜ ਜਦੋਂ ਸੁਰੰਗਾਂ ਪੱਟਣ ਲੱਗਦੀ ਸੀ, ਥੱਲਿਓਂ ਸੁਰੰਗਾਂ ਪੱਟ ਕੇ ਅੰਦਰ ਵੜੀਏ, ਜਦੋਂ ਸੁਰੰਗ ਪੱਟਣ ਲੱਗਦੇ ਸੀ ਤੇ ਪਾਣੀ ਨਿਕਲ ਆਉਂਦਾ ਸੀ। 2-4 ਫੁੱਟ ਪੱਟਿਆ, ਥੱਲਿਓਂ ਪਾਣੀ, 2-4 ਫੁੱਟ ਅੱਗੇ ਪੱਟਿਆ, ਫੇਰ ਪਾਣੀ ਉੱਤੇ ਹੀ ਜ਼ਮੀਨ ਦੇ ਸੀਗਾ। ਉਹਦੇ ਕਰਕੇ ਸੁਰੰਗ ਪੱਟਣੀ ਵੀ ਜਿਹੜੀ ਸੀ ਅਬਦਾਲੀ ਦੀ ਫੌਜ ਵਾਸਤੇ ਬੜੀ ਔਖੀ ਸੀ। ਇਸ ਕਰ ਜੰਤਰ ਲਗੇ ਨਾ ਦਾਵੇਂ। ਇਸ ਤਰ੍ਹਾਂ ਅਬਦਾਲੀ ਦਾ ਕੋਈ ਦਾ ਖਾਲਸੇ ਉਸ ਜੱਟਾਂ ਦੇ ਨਾਲ ਨਹੀਂ ਸੀ ਚੱਲ ਰਿਹਾ। ਬੋ ਨਵਾਬ ਕੋ ਚਿੰਤਾ ਪਰੀ। ਤਾਂ ਸਾਧ ਸੰਗਤ ਜੀ, ਨਵਾਬ ਨਜੀਬ ਖਾਨ ਰੁਹੇਲਾ ਜਿਹੜਾ ਕਿ ਅਬਦਾਲੀ ਦਾ ਪੱਖ ਕਰਨ ਵਾਸਤੇ ਅਬਦਾਲੀ ਨੂੰ ਲੈ ਕੇ ਉੱਥੇ ਆਇਆ ਸੀਗਾ, ਉਹਨੂੰ ਚਿੰਤਾ ਪੈ ਗਈ, ਬਹੁਤ ਫਿਕਰ ਪੈ ਗਿਆ। ਖਰਚਾ ਸਾਰਾ ਉਹਦਾ ਹੋ ਰਿਹਾ ਸੀ, ਰੁਹੇਲੇ ਦਾ। ਦਿੱਲੀ ਦਾ ਵਜ਼ੀਰ ਸੀ ਨਾ ਉਹ, ਤੇ ਉਹਨੇ ਬੁਲਾਇਆ ਸੀ ਮਹਿਮਾਨ ਅਬਦਾਲੀ ਨੂੰ। ਅਬਦਾਲੀ ਦੇ ਫੌਜ ਦਾ ਖਰਚਾ ਵੀ ਉਹਨੂੰ ਦੇਣਾ ਪੈਂਦਾ ਸੀ, ਲੜਾਈ ਦਾ ਖਰਚਾ ਵੀ ਦੇਣਾ ਪੈਂਦਾ ਸੀ। ਤੇ ਲੜਾਈ ਬੇਕਸੂਤੀ, ਬੇਲੋੜੀ, ਬੇਮਤਲਬੀ ਛਿੜੀ ਹੋਈ ਸੀ। ਕਰੀ ਪਤਸ਼ਾਹ ਕਿਵੇਂ ਆਪਣੀ ਅਰੀ। ਨਜੀਬ ਖਾਨ ਰੁਹੇਲਾ ਮੱਥੇ ਦੇ ਹੱਥ ਮਾਰਦਾ ਹੈ, ਕਹਿੰਦਾ ਇਹ ਪਾਗਲ ਬਾਦਸ਼ਾਹ ਨੂੰ ਕੀ ਹੋ ਗਿਆ, ਇਹਨੇ ਅੜੀ ਕਰ ਲਈ ਹੈ। ਸਿਆਣੇ ਬੰਦੇ ਕਦੀ ਕਦੀ ਜਿੱਦ ਨਹੀਂ ਕਰਦੇ, ਗੱਲ ਮੰਨ ਲੈਂਦੇ, ਪਰ ਇਹ ਮੰਨਦਾ ਨਹੀਂ। ਫੇਰ ਕਹੇ ਅੱਕ ਤੱਕ ਉੱਠ ਜਾਉਂਗ। ਤੇ ਫੇਰ ਕਹਿਣ ਲੱਗੇ, ਕਹਿੰਦੇ ਕੋਈ ਨਹੀਂ, ਆਪੇ ਹੀ ਅੱਕ ਕੇ ਥੱਕ ਕੇ ਉੱਠ ਜਾਏਗਾ। ਇਹਾਂ ਨਹੀਂ ਏਸੋ ਫਤਿਹ ਸੋ ਪਾਉਂਗ। ਕਹਿੰਦੇ ਇੱਥੇ ਇਹਨੂੰ ਫਤਿਹ ਨਹੀਂ ਮਿਲਣੀ ਅਬਦਾਲੀ ਨੂੰ, ਇਹ ਮੇਰਾ ਵੀ ਟਾਈਮ ਖਰਾਬ ਕਰ ਰਿਹਾ, ਫੌਜ ਦਾ ਵੀ ਨੁਕਸਾਨ ਕਰਾ ਰਿਹਾ। ਦੋਹਰਾ ਇਸੀ ਪਾਤ ਦਿਨ ਸਾਤ ਕੋ ਲੋ ਹੋਏ ਨਵਾਬ ਇਕੱਤਰ ਆਏ। ਇੱਕ ਦਿਨ ਕੀ ਹੋਇਆ, 7 ਦਿਨ ਜਦੋਂ ਲੰਘ ਗਏ, 7 ਦਿਨ ਘੇਰਾ ਪਿਆ ਰਿਹਾ, ਕੁਛ ਨਾ ਬਣਿਆ ਅਬਦਾਲੀ ਕੋਲੋਂ, ਕਿਲਾ ਟੁੱਟਿਆ ਨਹੀਂ। ਨਜੀਬ ਖਾਨ ਰੁਹੇਲੇ ਆਪਣੇ ਨਾਲ ਵੱਡੇ ਵੱਡੇ ਫੌਜੀ ਅਫਸਰਾਂ ਨੂੰ, ਸਿਆਣੇ ਬੰਦਿਆਂ ਨੂੰ ਲੈ ਕੇ ਅਬਦਾਲੀ ਦੇ ਕੋਲ ਆਇਆ ਮੀਟਿੰਗ ਕਰਨ ਵਾਸਤੇ। ਪੁੱਛਤ ਪੈਸੋ ਸਾਇ ਕੋ ਹਮਕੋ ਇਤੀ ਬਤਾਏ। ਸਾਰੇ ਅਫਸਰ ਕਹਿਣ ਲੱਗੇ, ਬਾਦਸ਼ਾਹ ਸਲਾਮਤ, ਅਸੀਂ ਤੁਹਾਡਾ ਹੁਕਮ ਮੰਨਣਾ, ਲੜਨਾ ਮਰਨਾ ਸਾਡਾ ਕੰਮ ਹੈ, ਪਰ ਸਾਨੂੰ ਇੰਨਾ ਤਾਂ ਦੱਸ ਦਿਓ ਵੀ ਤੁਸੀਂ ਕਿਹੜੇ ਭਰੋਸੇ ਤੇ ਕਿਲੇ ਨੂੰ ਘੇਰਾ ਪਾਈ ਬੈਠੇ ਹੋ। ਤੁਹਾਨੂੰ ਕੀ ਨਜ਼ਰ ਆਉਂਦਾ, ਤੁਸੀਂ ਕਿਲਾ ਕਿਵੇਂ ਤੋੜੋਗੇ? ਸਾਨੂੰ ਤਾਂ ਨਜ਼ਰ ਆਉਂਦਾ ਵੀ ਕਿਲਾ ਟੁੱਟਣਾ ਨਹੀਂ। ਕਿਲਾ ਟੁੱਟਣਾ ਬੜੀ ਮੁਸ਼ਕਲ ਗੱਲ ਹੈ, ਸਾਡੇ ਵੱਸ ਤੋਂ ਬਾਹਰ ਹੈ, ਪਰ ਤੁਸੀਂ ਕਹਿੰਦੇ ਹੋ ਮੈਂ ਤੋੜ ਲਾਂਗਾ। ਦੱਸੋ ਤੁਹਾਡੇ ਕੋਲ ਕਿਹੜਾ ਜਾਦੂ ਹੈ ਜਿਹਦੇ ਨਾਲ ਤੁਸੀਂ ਕਿਲਾ ਤੋੜੋਗੇ? ਚੌਪਈ ਕੌਣ ਪਾਤ ਤੇ ਇਹੋ ਗੜ ਤੋੜੈ। ਕਿਹੜੇ ਤਰੀਕੇ ਨਾਲ ਤੁਸੀਂ ਕਿਲਾ ਅਲੀਗੜ੍ਹ ਫਤਿਹ ਕਰੋਗੇ? ਕਿਉਂ ਉਮੈਦ ਇਹ ਮੁਰਚੇ ਜੋੜੇ। ਕਿਸ ਉਮੈਦ ਤੇ ਤੁਸੀਂ ਕਿਲੇ ਨੂੰ ਘੇਰਾ ਪਾਈ ਬੈਠੇ ਹੋ, ਮੋਰਚੇ ਬੰਦੀ ਕਰੀ ਬੈਠੇ ਹੋ? ਸਾਹੇ ਕਹੀਂ ਪਲ ਕਹਿ ਨਾ ਬਾਤ। ਹਾਂ, ਬਾਦਸ਼ਾਹ ਅਬਦਾਲੀ ਬਹੁਤ ਆਪਣਾ ਦਿਲ ਦੀ ਗੱਲ ਕਿਸੇ ਨੂੰ ਦੱਸਦਾ ਨਹੀਂ ਸੀ। ਕਹਿਣ ਲੱਗਾ, ਇਹ ਗੱਲ ਕਹਿਣ ਵਾਲੀ ਥੋੜਾ, ਇਹ ਦੱਸਣ ਵਾਲੀ ਨਹੀਂ। ਦੱਸਣਾ ਘਾਟੇ ਵਾਲਾ ਹੁੰਦਾ ਹੈ। ਤੁਸੀਂ 10 ਵੀ ਬੰਦੇ ਆਏ ਹੋ, ਮੈਂ ਤੁਹਾਨੂੰ ਦੱਸ ਦਿਆਂ, ਇਹ ਗੱਲ ਕਿਤੇ ਦੁਸ਼ਮਣ ਨੂੰ ਪਤਾ ਲੱਗ ਜਾਵੇ, ਮੇਰੀ ਜਿਹੜੀ ਪਲੈਨਿੰਗ ਹੈ ਉਹ ਵਿੱਚੇ ਰਹਿ ਜਾਏਗੀ। ਇਸ ਕਰਕੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਕਿਲਾ ਮੈਂ ਤੋੜ ਕੇ ਦਿਖਾਵਾਂਗਾ। ਬਾਤ ਬਤਾਈਏ ਲਗੇ ਨਾ ਘਾਤ। ਕਹਿੰਦੇ ਜੇ ਗੱਲ ਪਹਿਲਾਂ ਦੱਸ ਦਈਏ, ਸਿਆਣੇ ਕਹਿੰਦੇ ਆ ਮੰਤਰ ਦੱਸ ਦਈਏ ਤੇ ਮੰਤਰ ਫੇਲ ਹੋ ਜਾਂਦਾ, ਜੰਤਰ ਦੱਸ ਦਈਏ ਤੇ ਜੰਤਰ ਫੇਲ ਹੋ ਜਾਂਦਾ। ਐਵੇਂ ਤਾਂ ਨਹੀਂ ਬਜ਼ੁਰਗਾਂ ਨੇ ਗੱਲਾਂ ਕੀਤੀਆਂ, ਤਜਰਬੇ ਹਨ। ਬਾਤ ਬਤਾਈਏ ਲੱਗੇ ਨਾ ਘਾਤ, ਜੇ ਗੱਲ ਪਹਿਲਾਂ ਖੋਲ ਦਈਏ ਫਿਰ ਉਹ ਗੱਲ ਪੂਰੀ ਨਹੀਂ ਹੁੰਦੀ, ਸਿਰੇ ਨਹੀਂ ਚੜ੍ਹਦੀ। ਮਾਰ ਦਿਖਾ ਲੋ ਮਦ ਦਿਨ ਰਾਤ। ਮਾਰ ਦਿਖਾ ਲੋ ਮਦ ਦਿਨ ਰਾਤ। ਬਸ ਮੈਂ ਤੁਹਾਨੂੰ ਇਹ ਗੱਲ ਕਹਿਣਾ, 1-2 ਦਿਨ ਦੇ ਅੰਦਰ ਮੈਂ ਤੁਹਾਨੂੰ ਕਿਲਾ ਅਲੀਗੜ੍ਹ ਫਤਿਹ ਕਰਕੇ ਦਿਖਾ ਦਿਆਂਗਾ ਔਰ ਇੱਥੇ ਤੁਹਾਡਾ ਕਬਜ਼ਾ ਕਰਾ ਦਿਆਂਗਾ। ਮੁਖੋ ਕਹਿਣ ਨੈ ਆਛੀ ਬਾਤ। ਪਰ ਮੂੰਹ ਤੋਂ ਦੱਸਣ ਦਾ ਸਿਆਣੇ ਕਹਿੰਦੇ ਅੱਛੀ ਗੱਲ ਨਹੀਂ ਹੁੰਦੀ। ਮੈਂ ਦੱਸਾਂਗਾ ਨਹੀਂ ਮੈਂ ਕਿਵੇਂ ਤੋੜਨਾ ਕਿਲਾ। ਜਦੋਂ ਮੈਂ ਜੰਤਰ ਲਾਵਾਂਗਾ ਉਦੋਂ ਤੁਸੀਂ ਮੇਰੇ ਨਾਲ ਮਦਦ ਕਰਿਆ ਜੇ। ਮੂਰਖ ਲੋਗਨ ਮੰਨੀ ਆਵੇਂ। ਕਹਿੰਦੇ ਜਿਹੜੇ ਮੂਰਖ ਲੋਕ ਸੀਗੇ ਉਹ ਅਬਦਾਲੀ ਦੀ ਗੱਲ ਨਾ ਮੰਨਣ ਨੂੰ ਕਹਿਣ ਲੱਗੇ, ਤਾਂ ਬਾਦਸ਼ਾਹ ਦੱਸਦਾ ਵੀ ਨਹੀਂ ਤੇ ਕੁਛ ਕਹਾਉਣਾ ਵੀ ਨਹੀਂ ਇਹਦੇ ਕੋਲੋਂ। ਕੈਸ਼ਾ ਹਮ ਇੰਪਰ ਚਾਵੈ। ਜਿਹੜੇ ਮੂਰਖ ਅਫਸਰ ਸਨ ਉਹ ਕਹਿੰਦੇ ਬਾਦਸ਼ਾਹ ਨਾ
ਸਾਨੂੰ ਐਵੇਂ ਹੀ ਇੱਥੇ ਮਨ ਪਰਚਾਵਾ ਕਰ ਰਿਹਾ ਸਾਡਾ, ਘੇਰਾ ਪਾ ਕੇ ਇੱਥੇ ਬਹਿ ਗਿਆ, ਕਿਲਾ ਟੁੱਟਣਾ ਕੋਈ ਨਹੀਂ। ਇਹਨੇ ਕਹਿ ਦੇਣਾ 1-2 ਦਿਨ ਹੋਰ ਦੇਖੋ, 2 ਦਿਨ 'ਚ ਮੈਂ ਤੋੜ ਦਿਆਂਗਾ, 4-7 ਦਿਨ ਤਾਂ ਹੋ ਗਏ ਅਜੇ ਕੁਛ ਨਹੀਂ ਬਣਿਆ, 2 ਦਿਨਾਂ 'ਚ ਹੋਰ ਕੀ ਹੋ ਚੱਲਿਆ ਹੈ। ਯੋ ਕੈਸਾ ਸੋ ਕਰੀ ਸਵਾਰੀ। ਜਦੋਂ ਅਫਸਰਾਂ ਦੇ ਵਿੱਚ ਦੇਖਿਆ ਵੀ ਸ਼ੰਕਾ ਪੈ ਗਿਆ, ਅਫਸਰ ਆਪਸ 'ਚ ਗੱਲਾਂ ਬਾਤਾਂ ਕਰਨ ਲੱਗ ਪਏ ਨੇ, ਅਫਸਰਾਂ ਦਾ ਵਿਸ਼ਵਾਸ ਟੁੱਟਣ ਲੱਗ ਪਿਆ। ਅਬਦਾਲੀ ਨੇ ਇੱਕ ਦਿਨ ਭੇਸ ਬਦਲ ਲਿਆ, ਸਾਦੇ ਕੱਪੜੇ ਪਾ ਕੇ ਘੋੜੇ ਤੇ ਸਵਾਰ ਹੋ ਗਿਆ। ਸਾਥ ਲੈਣ ਸਵਾਰ ਦੋਇ ਚਾਰੀ। ਔਰ ਉਹਨੇ ਆਪਣੇ ਨਾਲ ਬਹੁਤੇ ਸਵਾਰ ਆ ਫੌਜ ਬਾਡੀਗਾਰਡ ਵੀ ਨਹੀਂ ਲਏ, ਕੱਲਾ ਹੀ ਘੋੜੇ ਤੇ ਸਵਾਰ ਹੋ ਕੇ ਆਪਣੇ ਖਾਸ ਇਤਬਾਰੀ ਬੰਦੇ 2-4 ਅੱਗੇ ਪਿੱਛੇ ਕਰ ਲਏ ਤੇ ਹੌਲੇ ਹੌਲੇ ਤੁਰ ਪਿਆ। ਛਤਰ ਪਖੋ ਡਾਰਿਓ ਜਾਣ। ਜਿਹੜਾ ਰਾਜੇ ਦੇ ਸਿਰ ਤੇ ਛਤਰ ਹੁੰਦਾ ਉਹ ਵੀ ਨਹੀਂ ਨਾਲ ਲਿਆ, ਜਿਹੜੀ ਉਹ ਕਲਗੀ ਲਾਉਂਦੇ ਨੇ ਉਹ ਵੀ ਨਹੀਂ ਲਾਈ, ਸਾਦਾ ਜਿਹਾ ਕੱਪੜੇ ਸਾਦੇ ਜਿਹੇ ਪਾ ਕੇ, ਸਿਪਾਹੀਆਂ ਵਾਲੇ ਨਾ ਉਹ ਛਤਰ ਨਾ ਉਹਦੇ ਕੋਲ ਪੱਖਾ ਰਾਜੇ ਵਾਲਾ ਜਿਹੜਾ ਹੁੰਦਾ ਪਿੱਛੇ ਬਾਦਸ਼ਾਹਾਂ ਦੇ, ਕੁਛ ਵੀ ਨਹੀਂ, ਯਾਨੀ ਰਾਜਸੀ ਬਸਤਰ ਉਤਾਰ ਕੇ ਸਿਪਾਹੀਆਂ ਵਾਲੇ ਕੱਪੜੇ ਪਾ ਕੇ ਅਬਦਾਲੀ ਤੁਰ ਪਿਆ। ਫਿਰ ਚੌਤਰ ਪਏ ਹੋਏ ਅਣਜਾਣ। ਅਲੀਗੜ੍ਹ ਦੇ ਕਿਲੇ ਦੇ ਆਲੇ ਦੁਆਲੇ ਅਣਜਾਣ ਜਿਹਾ ਬਣ ਕੇ ਫਿਰਨ ਲੱਗਾ, ਸਭ ਚੀਜ਼ਾਂ ਤੇ ਨਿਗਾਹ ਦੇਖਦਾ, ਉੱਚੀ ਨੀਵੀਂ ਥਾਂ ਕਿੱਥੋਂ ਹੈ। ਦੇਖੀ ਜਗ੍ਹਾ ਉਨ ਉੱਚੀ ਨੀਚ। ਉਹਨੇ ਉੱਚੀਆਂ ਨੀਵੀਆਂ ਥਾਵਾਂ ਭਲੀ ਪ੍ਰਕਾਰ ਨਾਲ ਤੱਕੀਆਂ ਅਬਦਾਲੀ ਨੇ। ਬਿਦਰਾ ਕੀ ਸਭ ਦਿਲ ਕੇ ਬੀਚ। ਪਰ ਆਪਣੇ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਨਹੀਂ ਕੀਤੀ, ਜਿਹੜੇ ਨਾਲ ਵੀ ਸੀ ਨਾ ਬੰਦੇ ਉਹਨਾਂ ਨਾਲ ਵੀ ਸਲਾਹ ਨਹੀਂ ਕੀਤੀ, ਚੁੱਪ ਕਰਕੇ ਦੇਖੀ ਗਿਆ ਅਬਦਾਲੀ ਵੀ ਕਿੱਥੋਂ ਜਗ੍ਹਾ ਉੱਚੀ ਹੈ, ਕਿੱਥੋਂ ਨੀਵੀਂ ਹੈ, ਕਿਹੜੇ ਪਾਸਿਓਂ ਦਾ ਲੱਗ ਸਕਦਾ, ਕਿੱਥੋਂ ਨਹੀਂ। ਕਿਲੇ ਦਾ ਚੁੱਪ ਤਰਫਾ ਹੀ ਘੁੰਮ ਗਿਆ। ਹਾਂਜੀ, ਆਏ ਲਏ ਸਰਦਾਰ ਬੁਲਾਏ। ਵਾਪਸ ਆ ਕੇ ਆਪਣੇ ਤੰਬੂ ਵਿੱਚ ਸਾਰੇ ਸਰਦਾਰਾਂ ਦੀ ਮੀਟਿੰਗ ਸੱਦੀ, ਜਿਹੜੇ ਫੌਜ ਦੇ ਜਰਨਲ ਕਰਨਲ ਸਨ। ਦੈ ਮੋਰਚੇ ਨੇੜੇ ਕਰਾਏ। ਤੇ ਅਬਦਾਲੀ ਕਹਿਣ ਲੱਗਾ ਅੱਜ ਰਾਤ ਨੂੰ ਤੁਸੀਂ ਮੋਰਚੇ ਆਪਣੇ ਚੁੱਕ ਕੇ ਕਿਲੇ ਦੇ ਨੇੜੇ ਕਰਨੇ ਨੇ। ਦਿਨੇ ਦੇਵੈ ਫਿਰ ਪਿੱਛੇ ਹਟਾਏ। ਰਾਤ ਨੂੰ ਮੋਰਚੇ ਅੱਗੇ ਕਰ ਦਿੰਦਾ, ਦਿਨ ਵੇਲੇ ਪਿੱਛੇ ਕਰ ਲੈਂਦਾ ਅਬਦਾਲੀ। ਇਹ ਭੁਲੇਖਾ ਪਾਉਣ ਵਾਸਤੇ ਦੁਸ਼ਮਣ ਨੂੰ ਆਪਣੀ ਅਸਲੀ ਦਾ ਆਪਣਾ ਮੋਰਚਾ ਇੱਕ ਥਾਂ ਤੇ ਨਹੀਂ ਰੱਖਦਾ, ਦਿਨੇ ਚੁੱਕ ਕੇ ਬਹੁਤ ਪਿੱਛੇ ਹੋ ਜਾਣਾ, ਰਾਤ ਨੂੰ ਹੌਲੇ ਹੌਲੇ ਜਾ ਕੇ ਕਿਲੇ ਦੇ ਨੇੜੇ ਆ ਜਾਣਾ। ਇਸ ਤਰ੍ਹਾਂ ਕਰਨ ਲੱਗਾ। ਰਾਤ ਦੂਰ ਕਦ ਨੇੜੇ ਕਰਾਏ। ਕਦੀ ਰਾਤ ਨੂੰ ਦੂਰ, ਕਦੀ ਦਿਨੇ ਦੂਰ, ਕਦੀ ਰਾਤ ਨੂੰ ਨੇੜੇ, ਕਦੀ ਦਿਨੇ ਨੇੜੇ। ਇਸ ਤਰ੍ਹਾਂ ਅਬਦਾਲੀ ਉਥੋਂ ਮੋਰਚੇ ਬਦਲਣ ਲੱਗਾ ਕਿਲਾ ਤੋੜਨ ਵਾਸਤੇ। ਬਿਉਂਤਬੰਦੀ ਹੈ ਉਹਦੀ, ਪਲੈਨਿੰਗ ਹੈ ਜੰਗ ਦੀ। ਇਸ ਬਿਦੋਨ ਕੋ ਬੋ ਪਰਮਾਵੈ। ਇਸ ਤਰ੍ਹਾਂ ਅੰਦਰ ਵਾਲਿਆਂ ਨੂੰ ਭੁਲੇਖੇ ਪਾਉਣ ਲੱਗਾ ਅਬਦਾਲੀ। ਹੁਣ ਕਹਿ ਦਿਲ ਕਛ ਗਮ ਨ ਆਵੈ। ਔਰ ਉਹਦੇ ਅਬਦਾਲੀ ਦੇ ਜਿਹੜੇ ਦੁਸ਼ਮਣ ਜੱਟ ਅੰਦਰ ਬੈਠੇ ਸਨ ਉਹਨਾਂ ਨੂੰ ਫਿਕਰ ਕੋਈ ਨਹੀਂ ਸੀ। ਉਹ ਕਹਿੰਦੇ ਕਿਲਾ ਕਿੱਥੇ ਟੁੱਟਣਾ ਅਬਦਾਲੀ ਕੋਲੋਂ, ਉਹ ਬੇਫਿਕਰ ਹੋ ਕੇ ਅੰਦਰ ਸੁੱਤੇ ਰਹੇ। ਦੋਹਰਾ ਇਹੀ ਬਿਦ ਤੇ ਕਰਤ ਹੀ ਆਈ ਰਾਤ ਹਨੇਰ। ਇਸ ਤਰ੍ਹਾਂ ਕਰਦਿਆਂ ਚਾਨਣੀਆਂ ਰਾਤਾਂ ਲੰਘ ਗਈਆਂ ਤੇ ਹਨੇਰੀਆਂ ਰਾਤਾਂ ਸ਼ੁਰੂ। 15 ਹਨੇਰੀਆਂ ਹੁੰਦੀਆਂ, 15 ਚਾਨਣੀਆਂ ਹੁੰਦੀਆਂ। ਪੂਰਨਮਾਸ਼ੀ ਆ ਗਈ, ਉਸ ਤੋਂ ਬਾਅਦ ਫਿਰ ਹਨੇਰੀਆਂ ਰਾਤਾਂ ਸ਼ੁਰੂ ਹੋ ਜਾਂਦੀਆਂ। ਜਦੋਂ ਮੱਸਿਆ ਦੀਆਂ ਰਾਤਾਂ ਆਈਆਂ, ਹਨੇਰੀਆਂ ਰਾਤਾਂ ਆਈਆਂ। ਬੁਲਾਏ ਆਪਣੇ ਸਰਦਾਰ ਸਭ ਦਇ ਹੁਕਮ ਯੂੰ ਫੇਰ। ਦੂਸਰਾ ਹੁਕਮ ਅਬਦਾਲੀ ਨੇ ਫਿਰ ਦਿੱਤਾ ਆਪਣੇ ਸਰਦਾਰਾਂ ਨੂੰ ਬੁਲਾ ਕੇ। ਚੌਪਈ ਕਿਲੋ ਉੱਚੋ ਸੋ ਥਾ ਹਾਥ 130। ਉਹ ਕਿਲਾ ਸੀ 30 ਹੱਥ ਉੱਚਾ। ਹੱਥ ਦਾ ਮਤਲਬ ਹੁੰਦਾ ਵੀ ਕੋਹਣੀ ਤੋਂ ਲੈ ਕੇ ਇਹ ਉਂਗਲ ਤੱਕ, ਇਹਨੂੰ ਹੱਥ ਕਹਿੰਦੇ ਆ। 30 ਹੱਥ ਉੱਚਾ, ਬਹੁਤ ਉੱਚਾ, ਯਾਨੀ ਕਹਿ ਲਓ ਵੀ ਇੱਕ ਹੱਥ ਆਪਣਾ ਜਿਹੜਾ ਹੁੰਦਾ ਉਹ ਲਗਭਗ 1.5 ਫੁੱਟ ਤਾਂ ਹੁੰਦਾ ਹੀ ਹੈ। 1.5 ਹੁਣ 30 ਹੱਥ ਦਾ ਮਤਲਬ 45 ਫੁੱਟ ਦੇ ਲਗਭਗ 50 ਫੁੱਟ ਉੱਚੀ ਕੰਧ ਸੀ ਕਿਲੇ ਦੀ। ਕੰਧ ਬਣਾਵੋ ਹੱਥ ਚਲੀਸ। ਕਹਿਣ ਲੱਗਾ ਆਪਾਂ ਇਹਦੇ ਬਾਹਰ ਰਾਤੋਂ ਰਾਤ 40 ਹੱਥ ਉੱਚਾ ਟਿੱਬਾ ਜਾਂ ਕੰਧ ਬਣਾਣੀ ਹੈ। ਉੱਚੀ ਦੇਖ ਆਇਓ ਥੋ ਜਗਾ ਜੋਈ। ਔਰ ਬਣਾਣਾ ਕਿੱਥੇ? ਜਿਹੜੀ ਉੱਚੀ ਥਾਂ ਸੀ, ਜਿਹੜੀ ਦੇਖ ਕੇ ਆਇਆ ਸੀ ਨਾ ਕਿਲੇ ਦੇ ਆਲੇ ਦੁਆਲੇ, ਜਿਹੜੀ ਸਭ ਤੋਂ ਉੱਚੀ ਥਾਂ ਸੀ, ਉਹਨੂੰ ਹੋਰ ਉੱਚਾ ਛੇਤੀ ਕਰ ਸਕਦੇ ਆ।
ਇਸ ਕਰਕੇ ਉਹ ਜਗ੍ਹਾ ਵੇਖ ਕੇ ਅਬਦਾਲੀ ਆਇਆ ਸੀ। ਤਬੇ ਬਤਾਈ ਉਨਕੋ ਸੋਈ। ਅਬਦਾਲੀ ਨੇ ਫਟਾਫਟ ਉਹ ਜਗ੍ਹਾ ਦੱਸ ਦਿੱਤੀ। ਉੱਥੇ ਅੱਜ ਰਾਤ ਨੂੰ ਤੁਸੀਂ ਰਾਤੋਂ ਰਾਤ ਉਚਾਈ ਕਰ ਦੇਣੀ ਹੈ। ਉਹ ਕਰਨੀ ਕਿੰਨੀ ਹੈ? 40 ਹੱਥ ਉੱਚਾ ਟਿੱਬਾ ਜਿਹਾ ਬਣਾ ਦੇਣਾ ਹੈ। ਇੱਕ ਰਾਤ ਮੇ ਸੋ ਕਰ ਲਈ। ਇੱਕ ਰਾਤ ਨੂੰ ਫੌਜ ਬੜੀ ਸੀ, 2-2.5 ਲੱਖ ਫੌਜ ਹੁੰਦੀ ਸੀ ਅਬਦਾਲੀ ਦੇ ਕੋਲ। ਰਾਤੋਂ ਰਾਤ ਬੰਦੇ ਲੱਗ ਗਏ। ਉਹਨਾਂ ਨੇ ਹਨੇਰੀਆਂ ਰਾਤਾਂ ਸਨ, ਅੰਦਰ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ। 40 ਹੱਥ ਉੱਚੀ ਜਗ੍ਹਾ ਬਣਾ ਲਈ। ਉਸਕੀ ਬਿਦ ਨੇ ਇਹਾਂ ਬਤਈ। ਉਹ ਕਿਵੇਂ ਬਣਾਈ? ਉਹ ਅਬਦਾਲੀ ਨੇ ਆਪਣੇ ਬੰਦਿਆਂ ਨੂੰ ਦੱਸਿਆ ਨਹੀਂ ਵੀ ਕੀ ਕਰਨਾ, ਆਪਣੇ ਕੋਲ ਹੀ ਰੱਖੀ ਗੱਲ। ਕਹਿੰਦਾ ਇਦਾਂ ਦੀ ਚੀਜ਼ ਬਣਾਓ, ਤੇ ਬੰਦੇ ਕੰਮ ਕਰਦੇ ਰਹੇ। ਚਈਅਤ ਯੈ ਗੋਪਰ ਖਾਈ। ਉਹ ਚੀਜ਼ਾਂ ਜਿਹੜੀਆਂ ਗੁਪਤ ਹੀ ਰੱਖੀਆਂ ਜਾਂਦੀਆਂ, ਜੰਗ ਦੀਆਂ ਜਿਹੜੀਆਂ ਹੁੰਦੀਆਂ ਹਨ। ਨਿਫਲ ਹੋਤੈ ਬੋ ਸੁਨਾਈ। ਬਹੁਤਿਆਂ ਨੂੰ ਸੁਣਾ ਦਈਏ ਤੇ ਨਿਸਫਲ ਹੋ ਜਾਂਦੀ ਹੈ ਕਲਾ। ਦੋਹਰਾ ਸਭੀ ਜਗਤ ਮੈਂ ਕਹੂੰਗਾ ਦੁਰਗਵਸਤ ਕੇ ਮਾਹੇ। ਕਹਿਣ ਲੱਗਾ ਕਿਲੇ ਦੇ ਅੰਦਰ ਜਾ ਕੇ ਦੱਸਾਂਗਾ ਕੀ ਕਹਾਣੀ ਸੀ, ਜਿਵੇਂ ਮੈਂ ਕੀਤਾ ਅਜੇ ਨਹੀਂ ਦੱਸਣਾ। ਛਾਉ ਜੰਤਰ ਜੇ ਬਿਦ ਰਚਿਓ ਕੋਇਲਗੜ੍ਹ ਜਿਮਸਾਏ। ਅਲੀਗੜ੍ਹ ਦੇ ਵਿੱਚ, ਕੋਇਲਗੜ੍ਹ ਦੇ ਵਿੱਚ ਅਬਦਾਲੀ ਨੇ ਜੰਗ ਜਿੱਤਣ ਦਾ ਤਰੀਕਾ ਬਣਾਇਆ। ਪ੍ਰਾਤ ਹੋ ਤੁਨ ਦੇਖਿਓ ਪਇਓ ਅਚੰਭੋ ਬਾਤ। ਜਦੋਂ ਦਿਨ ਚੜਿਆ ਅੰਦਰ ਵਾਲਿਆਂ ਦੀ ਨਿਗਾਹ ਬਾਹਰ ਪਈ। ਉਹ ਹੈਰਾਨ ਹੋ ਗਏ ਬਈ ਬਾਹਰ ਇਸ ਪਾਸੇ ਏਡਾ ਵੱਡਾ ਟਿੱਬਾ ਕਿੱਥੋਂ ਆ ਗਿਆ ਹੈ। ਪਰਬਤ ਕੋ ਇਹਾਂ ਤਰ ਗਇਓ ਹੈ ਹਨੂਮਾਨ ਇਨ ਸਾਥ। ਅੰਦਰ ਜੱਟ ਜ਼ਿਮੀਂਦਾਰ ਵਿਚਾਰੇ ਉਹ ਸੋਚਣ ਲੱਗ ਪਏ, ਕਹਿੰਦੇ ਲੱਗਦਾ ਹਨੂਮਾਨ ਇੱਥੇ ਇਹਨਾਂ ਦੀ ਮਦਦ ਕਰ ਰਿਹਾ ਅਬਦਾਲੀ ਦੀ, ਤੇ ਹਨੂਮਾਨ ਇਹਦੇ ਪਹਾੜ ਰੱਖ ਕੇ ਚਲਾ ਗਿਆ। ਉਹਨਾਂ ਨੇ ਅੰਦਰ ਵਾਲਿਆਂ ਨੇ ਇਹ ਰੌਲਾ ਪਾ ਲਿਆ। ਹਾਂਜੀ। ਚੌਪਈ ਅੱਧੀ ਲੜਾਈ ਦੇਖਤ ਹਾਰੇ। ਅੱਧੀ ਲੜਾਈ ਤਾਂ ਹੌਸਲੇ ਨਾਲ ਹੀ ਹਾਰੀ ਗਈ। ਅੰਦਰ ਵਾਲਿਆਂ ਦਾ ਹੌਸਲਾ ਟਹਿ ਗਿਆ ਵੀ ਐਡਾ ਵੱਡਾ ਇਹ ਬਾਹਰ ਕਿਲਾ ਕਿੱਥੋਂ ਬਣ ਗਿਆ ਉੱਚਾ। ਹਨੂਮਾਨ ਨੇ ਲੱਗਦਾ ਇਹਨਾਂ ਦੇ ਨਾਲ ਕੋਈ ਗੰਢ ਸੰਢ ਕਰ ਲਈ ਹੈ। ਇਹਨਾਂ ਨੇ ਹਨੂਮਾਨ ਦਾ ਕੋਈ ਮੰਤਰ ਸਿੱਧ ਕੀਤਾ, ਉਹ ਤਾਂ ਇਹਨਾਂ ਵੱਲ ਹੋ ਗਿਆ ਤੇ ਇਹਨਾਂ ਨੇ ਰਾਤੋਂ ਰਾਤ ਕਿਲਾ ਬਣਾ ਲਿਆ। ਉੱਪਰ ਚੜਾਏ ਪਾਂਡੂ ਸਾਰੇ। ਸੋ ਉਹਦੇ ਉੱਤੇ ਭਾਂਡੇ ਭਾਵ ਤੋਪਾਂ ਜਿਹੜੀਆਂ ਸਨ ਅਬਦਾਲੀ ਨੇ ਚੜਾ ਦਿੱਤੀਆਂ ਬਾਹਰਲੇ ਕਿਲੇ ਦੇ ਉੱਤੇ। 60 ਤੋਪ ਤਿਸ ਉੱਪਰ ਚੜਾਈ। ਉਹ ਵੱਡੀ ਸਾਰੀ ਬਣਾਈ ਸੀ ਜਗ੍ਹਾ, ਕਿਉਂਕਿ 2-2.5 ਲੱਖ ਬੰਦਾ ਲਾ ਕੇ ਰਾਤੋਂ ਰਾਤ ਕੰਮ ਕੀਤਾ ਤਾਂ ਉੱਚਾ ਬਹੁਤ ਵੱਡਾ ਬੰਦੋਬਸਤ ਸੀਗਾ, ਜਿਹਨੂੰ ਦੇਖ ਕੇ ਅੰਦਰ ਵਾਲੇ ਵੀ ਹੈਰਾਨ ਹੋਏ। ਉਹਦੇ ਤੇ 60 ਵੱਡੀਆਂ ਤੋਪਾਂ ਫਿੱਟ ਕੀਤੀਆਂ। 8 ਗੁਬਾਰੇ ਦੈ ਲਗਾਈ। ਤੇ ਨਾਲ ਛੋਟੇ ਜਿਹੜੇ ਗੁਬਾਰੇ ਦੀ ਤਰ੍ਹਾਂ ਚਲਦੀ ਤੋਪ, ਗੁਬਾਰਾ ਤੋਪ, ਉਹ ਵੀ ਰੱਖ ਦਿੱਤੀਆਂ। ਜੰਬੂਰੇ 500 ਦੈ ਚੜਾਏ। 500 ਜੰਬੂਰੇ ਜਿਹੜੀਆਂ ਬਹੁਤ ਛੋਟੀਆਂ ਤੋਪਾਂ ਹੁੰਦੀਆਂ ਉਹ ਵੀ ਰੱਖ ਦਿੱਤੇ। ਕਈ ਹਜ਼ਾਰ ਬੰਦੂਕ ਦਈ ਲਾਏ। ਕਈ ਹਜ਼ਾਰ ਬੰਦੂਕ ਚੀ ਪਿਲਾ ਦਿੱਤੇ, ਬੰਦੂਕਾਂ ਫੜਾ ਕੇ। ਦਈ ਛਲਕ ਬੋ ਬਾਨਨ ਖੇਤੀ। ਔਰ ਤੀਰ ਕਮਾਣਾ ਵਾਲਿਆਂ ਨੂੰ ਵੀ ਖੜੇ ਕਰ ਦਿੱਤਾ ਤੀਰ ਚਲਾਉਣ ਲਈ। ਹੋਏ ਗਈ ਦਿਨ ਤੇ ਰਾਤ ਹਨੇਰੀ। ਜਦੋਂ ਅਬਦਾਲੀ ਨੇ ਫਾਇਰਿੰਗ ਸ਼ੁਰੂ ਕੀਤੀ ਤਾਂ ਉਸ ਕਿਲੇ ਦੇ ਵਿੱਚ ਇੰਨੇ ਗੋਲੇ ਵਰਾ ਦਿੱਤੇ, ਇੰਨਾ ਅਸਲਾ ਬਰੂਦ ਸੁੱਟ ਦਿੱਤਾ, ਇੰਨੇ ਬੰਬ ਸੁੱਟ ਦਿੱਤੇ ਕਿ ਦਿਨ ਦੇ ਵਿੱਚ ਰਾਤ ਵਰਗਾ ਹਨੇਰਾ ਹੋ ਗਿਆ। ਦੋਹਰਾ ਗੋਲੇ ਬਾਨੋ ਤੀਰ ਸੋ ਮਦਗਨ ਦਈ ਬੋ ਫੂਕ। ਗੋਲੇ, ਤੀਰ, ਗੋਲੀਆਂ, ਅੱਗ ਦੇ ਨਾਲ ਅਗਨੀ ਬਾਣ ਹੁੰਦੇ ਜਿਹੜੇ ਅੱਗ ਲਾ ਕੇ ਤੇ ਉਹਨੂੰ ਛੱਡ ਦਿੰਦੇ ਆ, ਉਹ ਅਗਨੀ ਬਾਣ ਵੀ ਚਲਾ ਦਿੱਤੇ ਤਾਂ ਕਿ ਅੰਦਰ ਕਿਲੇ ਦੇ ਅੱਗ ਲੱਗ ਜਾਵੇ। ਛੁਰੀਆਂ ਬੁਰੀਆਂ ਤਿੱਖੀਆਂ ਮਾਰੇ ਹਾਸੋ ਚੂਕ। ਅਬਦਾਲੀ ਦੇ ਸਿਪਾਹੀ ਛੁਰੀਆਂ ਚਲਾਉਂਦੇ, ਤਿੱਖੀਆਂ ਤੀਰ ਚਲਾਉਂਦੇ। ਜਿੱਥੋਂ ਤੱਕ ਉਹਨਾਂ ਦਾ ਵਸ ਚੱਲਿਆ ਅਬਦਾਲੀ ਦੇ ਸਿਪਾਹੀਆਂ ਨੇ ਕਿਲੇ ਵਿੱਚ ਇੱਕ ਵੀ ਬੰਦਾ ਜਿਉਂਦਾ ਨਹੀਂ ਛੱਡਿਆ। ਸੋ ਸਾਧ ਸੰਗਤ ਜੀ, ਜਦੋਂ ਅਬਦਾਲੀ ਨੇ ਇਹ ਕਿਲਾ ਫਤਿਹ ਕਰ ਲਿਆ, ਅਬਦਾਲੀ ਦਾ ਹੌਸਲਾ ਵੱਧ ਗਿਆ। ਉਹਨੇ ਸਿੱਖਾਂ ਨਾਲ ਕਿਵੇਂ ਟੱਕਰ ਲਈ, ਉਹ ਕਥਾ ਵੱਡੇ ਘੱਲੂਘਾਰੇ ਦੀ ਕੱਲ੍ਹ ਨੂੰ ਆਪਾਂ ਸਰਵਣ ਕਰਨੀ ਹੈ। ਔਰ ਘੱਲੂਘਾਰੇ ਦੇ ਦਿਨ ਵੀ ਚੱਲ ਰਹੇ ਨੇ, ਵੱਡੇ ਘੱਲੂਘਾਰੇ ਦੇ